ਹੈਲੋ ਐਂਡ ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਹਰ ਵਾਰੀ ਅਸੀਂ ਹਾਜ਼ਰ ਹੁੰਦੇ ਹਾਂ ਤੇ ਅੱਜ ਵੀ ਤੁਹਾਡੇ ਤੱਕ ਪੂਰੀ ਜੈਨੂਇਨ ਜਾਣਕਾਰੀ ਪਹੁੰਚਾਵਾਂਗੇ ਤਾਂ ਕਿ ਤੁਸੀਂ ਜਦੋਂ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਹੋ ਤਾਂ ਹਮੇਸ਼ਾ ਜੈਨੂਇਨ ਵੇ ਦੇ ਨਾਲ ਅਪਲਾਈ ਕਰਿਆ ਕਰੋ ਤਾਂ ਕਿ ਸਕਸੈਸਫੁਲੀ ਤੁਹਾਡਾ ਸਟੱਡੀ ਵੀਜ਼ਾ ਤੁਹਾਡੇ ਹੱਥ ਵਿੱਚ ਹੋਵੇ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਆਪਣੇ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ AECC ਗਲੋਬਲ ਮਲਟੀਨੈਸ਼ਨਲ ਕੰਪਨੀ ਹੈ ਜੋ ਉਹਨਾਂ ਦੇ ਹੈਡ ਆਫ ਡਿਪਾਰਟਮੈਂਟ ਪੰਜਾਬ ਕੰਚਨ ਅਰੋੜਾ ਮੈਮ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਤੁਹਾਨੂੰ ਦੱਸ ਦਈਏ ਕਿ AECC ਗਲੋਬਲ ਕੰਪਨੀ ਹੈ ਜੋ ਇਹਨਾਂ ਦੇ ਵਰਲਡ ਵਾਈਡ 39 ਆਫਿਸਿਸ ਨੇ। ਇੰਡੀਆ ਦੇ ਵਿੱਚ 17 ਆਫਿਸਿਸ ਹੈ। ਅਗਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਜਲੰਧਰ, ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈ। ਸੋ ਜੋ ਨਾਲ ਡਿਟੇਲ ਹੈ ਸਕਰੋਲ ਦੇ ਵਿੱਚ ਚੱਲ ਰਹੀ ਹੈ, ਤੁਸੀਂ ਉਹ ਵੀ ਨੋਟ ਕਰ ਸਕਦੇ ਹੋ। ਜਦ ਕਦੇ ਵੀ ਤੁਸੀਂ ਇਹਨਾਂ ਕੋਲ ਜਾਣਾ ਚਾਹੋ ਤੁਹਾਨੂੰ ਜਿਹੜੀ ਵੀ ਨੇੜੇ ਬ੍ਰਾਂਚ ਲੱਗੇ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਆ। ਸਭ ਤੋਂ ਪਹਿਲਾਂ ਅੱਜ ਜੋ ਸਾਡੇ ਕੋਲ ਢੇਰ ਸਾਰੇ ਸਵਾਲ ਆਸਟ੍ਰੇਲੀਆ ਨੂੰ ਲੈ ਕੇ ਪਹੁੰਚ ਰਹੇ ਨੇ ਤੇ ਉਸੇ ਦੇ ਉੱਪਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਇਸ ਲਈ ਪੂਰਾ ਸ਼ੋਅ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਹੈ, ਸੁਣਨਾ ਹੈ, ਸਮਝਣਾ ਹੈ ਤੇ ਉਸ ਦੇ ਉੱਪਰ ਹੀ ਜਾਣਕਾਰੀ ਦੇ ਨਾਲ ਅੱਗੋਂ ਤੁਸੀਂ ਅਪਲਾਈ ਕਰਨਾ ਹੈ। ਤਾਂ ਮੈਮ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗੀ ਕਿ ਅੱਜ ਦੇ ਟਾਈਮ ਵਿੱਚ ਬਹੁਤ ਸਾਰੀ ਕੰਟਰੀਜ਼ ਨੇ, ਸਟੂਡੈਂਟ ਆਸਟ੍ਰੇਲੀਆ ਨੂੰ ਹੀ ਚੂਜ਼ ਕਿਉਂ ਕਰਨ? ਆਸਟ੍ਰੇਲੀਆ ਪਹਿਲੀ ਗੱਲ ਤਾਂ ਕੋਈ ਨਵੀਂ ਡੈਸਟੀਨੇਸ਼ਨ ਨਹੀਂ ਹੈ। ਬਹੁਤ ਸਾਲਾਂ ਤੋਂ ਸਟੂਡੈਂਟਸ ਦੀ ਪ੍ਰੈਫਰਡ ਚੋਇਸ ਰਿਹਾ ਆਸਟ੍ਰੇਲੀਆ ਜੀ। ਉਹਦੇ ਪਿੱਛੇ ਜਿਹੜਾ ਮੇਨ ਰੀਜ਼ਨ ਹੈਗਾ ਕਿ ਸਭ ਤੋਂ ਪਹਿਲੀ ਗੱਲ ਆਸਟ੍ਰੇਲੀਆ ਦੀ ਕੁਆਲੀਫਿਕੇਸ਼ਨਸ ਜਾਂ ਆਸਟ੍ਰੇਲੀਆ ਦੀ ਐਜੂਕੇਸ਼ਨ ਵਰਲਡ ਵਾਈਡ ਰਿਕਗਨਾਈਜ਼ਡ ਹੈ। ਵਰਕ ਇੰਟੀਗ੍ਰੇਟਿਡ ਲਰਨਿੰਗ ਹੈ, ਯੂਨੀਵਰਸਿਟੀ ਸਕਾਲਰਸ਼ਿਪ ਆਫਰ ਕਰਦੀਆਂ ਨੇ ਐਂਡ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਿ ਜਿੰਨੀਆਂ ਵੀ ਕੁਆਲੀਫਿਕੇਸ਼ਨਸ ਜਾਂ ਜੋ ਵੀ ਕੋਰਸਿਸ ਯੂਨੀਵਰਸਿਟੀਜ਼ ਆਫਰ ਕਰਦੀਆਂ ਨੇ ਉਹ ਸਾਰੇ ਦੇ ਸਾਰੇ ਗਵਰਨਮੈਂਟ ਤੋਂ ਅਪਰੂਵਡ ਨੇ। ਸੋ ਸਿੱਧਾ ਮਤਲਬ ਹੈ ਕਿ ਜਿਹੜਾ ਤੁਹਾਡਾ ਕੋਰਸ ਅਗਰ ਕਿਸੇ ਪ੍ਰੋਫੈਸ਼ਨਲ ਬਾਡੀ ਤੋਂ ਅਪਰੂਵਡ ਹੋਏਗਾ ਤਾਂ ਤੁਸੀਂ ਉਹ ਪੀਸ ਆਫ ਪੇਪਰ ਤੁਹਾਡਾ ਪੂਰੀ ਵਰਲਡ ਦੇ ਵਿੱਚ ਵੈਲਿਡ ਹੈ, ਤੁਸੀਂ ਕਿਸੇ ਵਰਲਡ ਦੇ ਕਿਸੇ ਵੀ ਕੰਟਰੀ 'ਚ ਜਾ ਕੇ ਜੌਬ ਕਰ ਸਕਦੇ ਹੋ। ਇਸ ਤੋਂ ਬਾਅਦ ਆਈ ਥਿੰਕ ਦਾ ਬਿਗੇਸਟ ਐਡਵਾਂਟੇਜ ਇਜ਼ ਕਿ ਸਟੂਡੈਂਟ ਸਟੱਡੀ ਕਰਨ ਤੋਂ ਬਾਅਦ 3 ਤੋਂ 5 ਸਾਲ ਪੋਸਟ ਸਟੱਡੀ ਵਰਕ ਰਾਈਟਸ ਮਿਲਦੇ ਨੇ। ਸਟੂਡੈਂਟਸ ਨੂੰ ਆਸਟ੍ਰੇਲੀਆ ਦੇ ਵਰਕ ਕਲਚਰ ਦਾ ਐਕਸਪੋਜ਼ਰ ਮਿਲਦਾ ਹੈ ਜੋ ਕਿ ਉਹਨਾਂ ਦੇ ਕਰੀਅਰ ਦੇ ਲਈ ਬਹੁਤ ਵਧੀਆ ਗੱਲ ਹੈ। ਜੀ ਬਿਲਕੁਲ, ਕਿਉਂਕਿ ਅਕਸਰ ਕਈ ਵਾਰੀ ਸਟੂਡੈਂਟਸ ਨੂੰ ਇਹੀ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਬੇਸਿਸ ਦੇ ਉੱਪਰ ਕਿਸੇ ਕੰਟਰੀ ਦੀ ਸਿਲੈਕਸ਼ਨ ਕਰੀਏ। ਸੋ ਇਸੇ ਕਰਕੇ ਸਟਾਰਟਿੰਗ ਵਿੱਚ ਹੀ ਆਪਾਂ ਇਹ ਗੱਲ ਕੀਤੀ ਹੈ ਕਿ ਆਸਟ੍ਰੇਲੀਆ ਅਗਰ ਤੁਸੀਂ ਚੂਜ਼ ਕਰਦੇ ਹੋ ਤਾਂ ਆਖਿਰ ਕਿਹੜੇ ਰੀਜ਼ਨਸ ਨੇ ਜਿਸ ਕਰਕੇ ਤੁਹਾਨੂੰ ਆਸਟ੍ਰੇਲੀਆ ਨੂੰ ਚੂਜ਼ ਕਰਨਾ ਚਾਹੀਦਾ ਹੈ। ਅੱਗੋਂ ਗੱਲ ਚਲੋ ਸਿਲੈਕਟ ਕਰ ਲਿਆ, ਸਟੂਡੈਂਟ ਨੇ ਮਨ ਬਣਾ ਲਿਆ ਕਿ ਮੈਂ ਆਸਟ੍ਰੇਲੀਆ ਲਈ ਹੀ ਅਪਲਾਈ ਕਰਨਾ, ਪਰ ਅੱਗੋਂ ਸਵਾਲ ਆਉਂਦਾ ਕਿ ਰਾਈਟ ਟਾਈਮ ਕੀ ਹੈ ਅਪਲਾਈ ਕਰਨ ਦੇ ਲਈ, ਕਿਉਂਕਿ ਬਹੁਤ ਤਰ੍ਹਾਂ ਦੀ ਪ੍ਰੋਫਾਈਲਸ ਹੁੰਦੀਆਂ ਨੇ। ਫਰੈਸ਼ ਸਟੂਡੈਂਟਸ ਵੀ ਨੇ, ਕਈਆਂ ਦੇ ਕੁਝ ਰਿਫਿਊਜ਼ਲ ਲੱਗੇ ਉਹ ਵੀ ਸਟੂਡੈਂਟਸ ਨੇ, ਕਈ ਬਾਰ-ਬਾਰ ਆਇਲਸ ਅਪੀਅਰ ਕਰ ਰਹੇ ਨੇ ਉਹ ਵੀ ਸਟੂਡੈਂਟ ਨੇ। ਰਾਈਟ ਟਾਈਮ ਕੀ ਹੈ ਸਟੂਡੈਂਟਸ ਲਈ ਅਪਲਾਈ ਕਰਨ? ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਹੈ ਕਿ ਆਸਟ੍ਰੇਲੀਆ ਦੇ ਵਿੱਚ 2 ਮੇਜਰ ਇਨਟੇਕ ਹੁੰਦੇ ਨੇ, ਫੈਬਰਵਰੀ ਐਂਡ ਜੁਲਾਈ। ਕੁਝ ਯੂਨੀਵਰਸਿਟੀਜ਼ ਅਕਤੂਬਰ ਨਵੰਬਰ ਵੀ ਆਫਰ ਕਰਦੀਆਂ ਨੇ। ਤੇ ਜੇ ਮੈਂ ਅੱਜ ਗੱਲ ਕਰਾਂ ਫੈਬਰਵਰੀ 22 ਆਲਰੇਡੀ ਖਤਮ ਹੋ ਚੁੱਕਾ ਹੈ ਔਰ ਨੈਕਸਟ ਇਨਟੇਕ ਹੈਗਾ ਜੁਲਾਈ 22। ਜਿਹੜੇ ਬੱਚੇ ਆਲਰੇਡੀ ਲਾਸਟ ਈਅਰ ਆਪਣੀ ਕੁਆਲੀਫਿਕੇਸ਼ਨਸ ਜਾਂ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਨੇ 21 ਦੇ ਵਿੱਚ, ਉਹਨਾਂ ਦੇ ਲਈ ਇਹ ਗੋਲਡਨ ਓਪਰਚੁਨਿਟੀ ਹੈ ਕਿ ਉਹ ਇਸ ਟਾਈਮ ਅਪਲਾਈ ਕਰਨ। ਜਿਹੜੇ ਬੱਚੇ ਫੈਬਰਵਰੀ 22 ਲਈ ਅਪਲਾਈ ਨਹੀਂ ਕਰ ਸਕੇ ਕਿਸੇ ਵੀ ਰੀਜ਼ਨ ਤੋਂ, ਜੁਲਾਈ 22 ਉਹਨਾਂ ਦੇ ਲਈ ਇੱਕ ਤਰ੍ਹਾਂ ਦਾ ਲਾਸਟ ਇਨਟੇਕ ਹੈ ਜਿਹਦੇ ਵਿੱਚ ਉਹ ਅਪਲਾਈ ਕਰ ਸਕਦੇ ਹਨ। ਕਿਉਂਕਿ ਰੀਜ਼ਨ ਇੱਕ ਹੋਰ ਵੀ ਹੈ ਕਿ ਜਿਹੜੇ ਸਟੂਡੈਂਟਸ ਹੁਣ ਇਸ ਟਾਈਮ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕਰਨਗੇ 22 ਦੇ ਵਿੱਚ, ਉਹਨਾਂ ਦੇ ਲਈ ਇਹ ਥੋੜਾ ਜਿਹਾ अर्ਲੀ ਹੋ ਜਾਏਗਾ ਬਿਕੋਜ਼ ਆਪਣੇ ਐਗਜ਼ਾਮਸ ਥੋੜੇ ਡਿਲੇ ਹੋ ਚੁੱਕੇ ਹਨ ਬਿਲਕੁਲ ਸਕੂਲ ਦੇ। ਸੋ ਜਿਹੜੇ ਬੱਚੇ ਲਾਸਟ ਈਅਰ ਵਾਲੇ ਪਾਸ ਆਊਟ ਹੈਗੇ ਆ ਫੈਬਰਵਰੀ 22 ਲਈ ਅਪਲਾਈ ਨਹੀਂ ਕਰ ਸਕੇ, ਉਹਨਾਂ ਨੂੰ ਇਸ ਟਾਈਮ ਆਸਟ੍ਰੇਲੀਆ ਜੁਲਾਈ 22 ਜ਼ਰੂਰ ਅਪਲਾਈ ਕਰ ਲੈਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਲਗਾਤਾਰ ਜੋ ਹੈ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਤੁਸੀਂ ਇਸ ਉੱਪਰ ਕਾਲ ਕਰਕੇ ਜੋ ਹੈ AECC ਗਲੋਬਲ ਟੀਮ ਦੇ ਨਾਲ ਵੀ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ, ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਪਰ ਬਹੁਤ ਚੰਗਾ ਹੀ ਰਹੇਗਾ ਕਿ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਇਹਨਾਂ ਦੀ ਆਫਿਸ ਬ੍ਰਾਂਚ ਜਿਹੜੇ ਤੁਹਾਡੇ ਨੇੜੇ ਆ ਉੱਥੇ ਵਿਜ਼ਿਟ ਕਰੋ, ਕਿਉਂਕਿ ਤੁਹਾਡੇ ਡਾਕੂਮੈਂਟਸ ਦੇਖਣ ਤੋਂ ਬਾਅਦ ਹੀ ਸਹੀ ਤਰੀਕੇ ਨਾਲ ਅਸੈਸਮੈਂਟ ਕਰਕੇ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ ਕਿ ਇਸ ਟਾਈਮ ਵੀ ਤੁਸੀਂ ਕਦੋਂ ਕਿਹੜੇ ਕਾਲਜ ਲਈ ਅਪਲਾਈ ਕਰ ਸਕਦੇ ਹੋ। ਖਾਸ ਤੌਰ ਤੇ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਤਾਂ ਜ਼ਰੂਰ ਧਿਆਨ ਨਾਲ ਇਹ ਸਾਰੀ ਜੋ ਵੀ ਸਵਾਲ ਅਸੀਂ ਕਰਨ ਜਾ ਰਹੇ ਹਾਂ ਧਿਆਨ ਨਾਲ ਜ਼ਰੂਰ ਤੁਸੀਂ ਸੁਣੋ। ਅੱਗੋਂ ਅਗਰ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਤਾਂ ਕਿਹੜੀ ਚੀਜ਼ਾਂ ਨੂੰ ਸਟੂਡੈਂਟਸ ਨੂੰ ਆਪਣੇ ਮਾਈਂਡ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਜਿਹੜੇ ਵੀ ਸਟੂਡੈਂਟ ਚਾਹੇ ਅਪਲਾਈ ਕਰਨ ਹੀ ਜਾ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀਆਂ ਖਾਸ ਗੱਲਾਂ ਧਿਆਨ ਜ਼ਰੂਰ ਰੱਖਣ? ਦੇਖੋ ਆਸਟ੍ਰੇਲੀਆ ਦੀ ਇੱਕ ਸਭ ਤੋਂ ਵਧੀਆ ਗੱਲ ਹੈਗੀ ਹੈ ਕਿ ਆਸਟ੍ਰੇਲੀਆ ਬਹੁਤ ਸਟ੍ਰੀਮਲਾਈਨਡ ਕੰਟਰੀ ਹੈ ਇਨ ਟਰਮਸ ਆਫ ਵੀਜ਼ਾ ਪ੍ਰੋਸੈਸ। ਅਗਰ ਤੁਸੀਂ ਉਹ 2-3 ਚੀਜ਼ਾਂ ਧਿਆਨ 'ਚ ਰੱਖੋਗੇ ਅਪਲਾਈ ਕਰਨ ਦੇ ਟਾਈਮ ਤੇ ਤਾਂ ਤੁਹਾਨੂੰ ਕੋਈ ਵੀ ਇਸ਼ੂ ਨਹੀਂ ਆਉਣ ਵਾਲਾ। ਫੋਰ ਐਗਜ਼ਾਮਪਲ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜਿਹੜੀ ਤੁਹਾਡਾ ਤੁਸੀਂ ਕੋਰਸ ਚੂਜ਼ ਕਰਨਾ ਹੈ ਉਹ ਤੁਹਾਡੀ ਪ੍ਰੀਵੀਅਸ ਸਟੱਡੀ ਦੇ ਰੈਲੇਵੈਂਟ ਹੋਣਾ ਚਾਹੀਦਾ ਹੈ, ਨੰਬਰ 1। ਨੰਬਰ 2, ਜੇ ਤੁਸੀਂ ਸਟੱਡੀ ਤੋਂ ਬਾਅਦ ਤੁਹਾਡਾ ਕੋਈ ਗੈਪ ਹੈਗਾ ਉਹ ਚੰਗੀ ਤਰ੍ਹਾਂ ਐਕਸਪਲੇਨ ਕਰੋ, ਡਾਕੂਮੈਂਟਸ ਦੇ ਵਿੱਚ ਐਵੀਡੈਂਸ ਹੋਣਾ ਚਾਹੀਦਾ ਹੈ।
ਥਰਡ ਆਈ ਵੁੱਡ ਸੇ ਕਿ ਸਟੂਡੈਂਟ ਨੂੰ ਆਪਣੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਫੁਲਫਿਲ ਕਰਨੀਆਂ ਪੈਣਗੀਆਂ, ਜਿਵੇਂ ਮਤਲਬ ਅਗਰ ਕਿਸੇ ਯੂਨੀਵਰਸਿਟੀ ਦੀ ਜੋ ਵੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਹੈ ਸਟੂਡੈਂਟ ਨੂੰ ਉਹ ਫੁਲਫਿਲ ਕਰਨੀ ਪਏਗੀ। ਫੋਰਥ ਥਿੰਗ, ਸਟੂਡੈਂਟ ਨੇ ਰਿਸਰਚ ਕੀਤੀ ਹੋਣੀ ਚਾਹੀਦੀ ਹੈ ਕਿ ਇਹ ਕੋਰਸ ਕਰਨ ਤੋਂ ਬਾਅਦ ਉਹਨੂੰ ਕੀ ਕਰੀਅਰ ਓਪਰਚੁਨਿਟੀਜ਼ ਮਿਲਣੀਆਂ। ਜੀ ਜੀ। ਐਂਡ ਦੈਨ ਲਾਸਟ ਬਟ ਨਾਟ ਦ ਲੀਸਟ ਕਿ ਤੁਸੀਂ ਸਾਰਾ ਕੁਝ ਆਪਣੀ SOP ਚ ਵਧੀਆ ਤਰੀਕੇ ਨਾਲ ਐਕਸਪਲੇਨ ਕਰੋਗੇ ਕਿ ਕੋਰਸ ਖਤਮ ਹੋਣ ਤੋਂ ਬਾਅਦ ਮੇਰੇ ਕੋਲ ਕੀ ਓਪਰਚੁਨਿਟੀਜ਼ ਹੈ, ਤੇ ਜਿਹੜੇ ਤੁਸੀਂ ਫੰਡਸ ਨੂੰ ਲੈ ਕੇ ਲੋਕਾਂ ਨੂੰ ਬਹੁਤ ਕਨਫਿਊਜ਼ਨ ਹੈ। ਬਿਲਕੁਲ। ਸੋ ਸਟੂਡੈਂਟ ਨੂੰ ਆਪਣੇ ਫੰਡਸ ਦਾ ਵੀ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਦੇਣਾ ਪਏਗਾ, ਉਸ ਕੋਰਸ ਦੀ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਨਾ ਪਏਗਾ। ਸੋ ਅਗਰ ਤੁਸੀਂ ਇਹ 3-4 ਚੀਜ਼ਾਂ ਧਿਆਨ ਰੱਖੋਗੇ ਤਾਂ ਕੋਈ ਇਸ਼ੂ ਹੀ ਨਹੀਂ ਹੋਣ ਵਾਲਾ ਤੁਹਾਡੇ ਵੀਜ਼ਾ ਦੇ ਵਿੱਚ ਜਾਂ ਅੱਗੇ ਐਪਲੀਕੇਸ਼ਨ ਪ੍ਰੋਸੈਸਿੰਗ ਵਿੱਚ। ਬਿਲਕੁਲ ਸਹੀ ਕਿਹਾ ਤੁਸੀਂ, ਤੇ ਇਸ ਲਈ ਅਸੀਂ ਇਹ ਵੀ ਗੱਲ ਹਮੇਸ਼ਾ ਸ਼ੋਅ ਵਿੱਚ ਦੁਹਰਾਉਂਦੇ ਰਹਿੰਦੇ ਹਾਂ ਕਿ ਸਟੂਡੈਂਟ ਆਪਣੀ ਪ੍ਰੋਫਾਈਲ ਨੂੰ ਲੈ ਕੇ ਅਵੇਅਰ ਰਿਹਾ ਕਰਨ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿਹੜਾ ਪਲੱਸ ਤੇ ਕਿਹੜਾ ਮਾਈਨਸ ਪੁਆਇੰਟ ਹੈ ਉਹਨਾਂ ਦੀ ਪ੍ਰੋਫਾਈਲ ਦੇ ਵਿੱਚ। ਪਰ ਇੱਕ ਚੀਜ਼ ਇਹ ਵੀ ਬਹੁਤ ਜ਼ਰੂਰੀ ਦੇਖੀ ਜਾਂਦੀ ਹੈ ਮੈਮ ਕਿ ਸਟੂਡੈਂਟਸ ਨੂੰ ਇੰਨੀ ਟੈਕਨੀਕੈਲਿਟੀਜ਼ ਦਾ ਪਤਾ ਨਹੀਂ ਹੁੰਦਾ, ਤਾਂ ਉਸ ਦੇ ਲਈ ਇੱਕ ਏਜੰਟ ਦਾ ਰੋਲ, ਕੰਸਲਟੈਂਟ ਦਾ ਰੋਲ ਬਹੁਤ ਹੀ ਖਾਸ ਹੋ ਜਾਂਦਾ। ਤਾਂ ਮੈਂ ਇਸ ਚੀਜ਼ ਬਾਰੇ ਵੀ ਥੋੜਾ ਮੈਂ ਚਾਹੂੰਗੀ ਡਿਟੇਲ 'ਚ ਗੱਲ ਕਰੀਏ, ਸਟੂਡੈਂਟ ਇਸ ਚੀਜ਼ ਨੂੰ ਸਮਝਣ, ਕਿਉਂਕਿ ਕਿਤੇ ਵੀ ਅਪਲਾਈ ਕਰਨਾ ਇੰਨਾ ਕੋਈ ਈਜ਼ੀ ਕੰਮ ਨਹੀਂ ਹੁੰਦਾ। ਕਿੰਨਾ ਕੁ ਖਾਸ ਰੋਲ ਹੁੰਦਾ ਕੰਸਲਟੈਂਟ ਦਾ? ਮੈਨੂੰ ਲੱਗਦਾ ਹੈ ਕਿ ਕੰਸਲਟੈਂਟ ਦਾ ਰੋਲ ਬਹੁਤ ਇੰਪੋਰਟੈਂਟ ਹੈ। ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਜਿਹੜੇ ਵੀ ਆਥੋਰਾਈਜ਼ਡ ਕੰਸਲਟੈਂਟਸ ਹੁੰਦੇ ਆ ਉਹ ਉਹਨਾਂ ਦੇ ਯੂਨੀਵਰਸਿਟੀਜ਼ ਦੇ ਨਾਲ ਡਾਇਰੈਕਟ ਟਾਈ ਅਪ ਹੁੰਦੇ ਆ। ਫੋਰ ਐਗਜ਼ਾਮਪਲ ਅਗਰ ਮੈਂ AECC ਦੀ ਗੱਲ ਕਰਾਂ, ਸਾਡੇ ਕੋਲ ਆਲਮੋਸਟ ਸਾਰੀ ਯੂਨੀਵਰਸਿਟੀਜ਼ ਦੇ ਡਾਇਰੈਕਟ ਟਾਈ ਅਪ ਹੈ। ਓਕੇ। ਅਗਰ ਤੁਸੀਂ ਯੂਨੀਵਰਸਿਟੀਜ਼ ਦੀ ਵੈਬਸਾਈਟ ਚੈੱਕ ਕਰੋਗੇ ਤਾਂ ਤੁਹਾਨੂੰ AECC ਗਲੋਬਲ ਦਾ ਨਾਮ ਟੌਪ ਤੇ ਦਿਖੇਗਾ। ਤੁਸੀਂ ਆਪਣੇ ਆਪ ਚੈੱਕ ਕਰ ਸਕਦੇ ਹੋ ਕਿ ਕੋਈ ਵੀ ਕੰਸਲਟੈਂਟ ਜਿਹੜਾ ਹੈਗਾ ਉਹ ਯੂਨੀਵਰਸਿਟੀਜ਼ ਨੂੰ ਡਾਇਰੈਕਟਲੀ ਰਿਪਰੈਜ਼ੈਂਟ ਕਰ ਰਿਹਾ ਕਿ ਨਹੀਂ ਕਰ ਰਿਹਾ। ਜੀ ਜੀ। ਸੈਕੰਡਲੀ, ਜਦੋਂ ਕੋਈ ਵੀ ਕੰਸਲਟੈਂਟ ਕਿਸੇ ਯੂਨੀਵਰਸਿਟੀ ਦਾ ਡਾਇਰੈਕਟ ਰਿਪਰੈਜ਼ੈਂਟੇਟਿਵ ਹੁੰਦਾ ਹੈ ਤਾਂ ਉਹਨਾਂ ਦੇ ਸਾਰੇ ਕਾਉਂਸਲਰਸ ਨੂੰ ਯੂਨੀਵਰਸਿਟੀਜ਼ ਡਾਇਰੈਕਟ ਟ੍ਰੇਨਿੰਗ ਦਿੰਦੀਆਂ ਕਿ ਉਹਨਾਂ ਦੇ ਪ੍ਰੋਗਰਾਮਸ ਦੇ ਸਿਲੈਕਸ਼ਨ ਦਾ ਕ੍ਰਾਈਟੇਰੀਆ ਕੀ ਹੈ, ਉਹਨਾਂ ਨੂੰ ਕੀ ਹੋਰ ਐਡੀਸ਼ਨਲ ਰਿਕੁਆਇਰਮੈਂਟਸ ਫੁਲਫਿਲ ਕਰਨੀਆਂ ਪੈਣੀਆਂ, ਸਕਾਲਰਸ਼ਿਪ ਦੀ ਇਨਫੋਰਮੇਸ਼ਨ ਦਿੰਦੇ ਆ। ਸੋ ਇੱਕ ਤਰ੍ਹਾਂ ਦੀ ਅਸੀਂ ਫਰਸਟ ਹੈਂਡ ਇਨਫੋਰਮੇਸ਼ਨ ਸਟੂਡੈਂਟਸ ਤੱਕ ਲੈ ਕੇ ਆਉਂਦੇ ਆ। ਸੋ ਦੈਟ ਇਜ਼ ਵਾਈ ਆ ਰੋਲ ਆਫ ਕੰਸਲਟੈਂਟ ਇਜ਼ ਵੈਰੀ ਇੰਪੋਰਟੈਂਟ। ਬਿਲਕੁਲ। ਐਂਡ ਵਨ ਥਿੰਗ ਆਈ ਵੁੱਡ ਸੇ ਵੈਰੀ ਪ੍ਰਾਊਡਲੀ ਕਿ AECC ਗਲੋਬਲ ਐਜ਼ ਅ ਪਾਰਟ ਆਫ AECC ਗਲੋਬਲ ਸਾਡੇ ਮੈਕਸਿਮਮ ਸੀਨੀਅਰ ਕੰਸਲਟੈਂਟਸ ਨੇ ਸਾਰੀਆਂ ਯੂਨੀਵਰਸਿਟੀਜ਼ ਆਪ ਦੇਖੀਆਂ ਹੋਈਆਂ, ਉਹ ਪੂਰੀ ਤਰ੍ਹਾਂ ਦੇ ਨਾਲ ਫੈਮਿਲੀਅਰ ਨੇ ਕਿ ਯੂਨੀਵਰਸਿਟੀਜ਼ 'ਚ ਕੀ ਇਨਫਰਾਸਟ੍ਰਕਚਰ ਹੈ, ਕੀ ਫੈਸਿਲਿਟੀਜ਼ ਹੈ। ਸੋ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਤੇ ਦੂਜੀ ਗੱਲ ਕਿ ਅਸੀਂ ਬੀਇੰਗ ਪਾਰਟ ਆਫ AECC ਅਸੀਂ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ ਸਟੂਡੈਂਟ ਨੂੰ, ਨਾ ਤਾਂ ਐਪਲੀਕੇਸ਼ਨ ਤੋਂ ਪਹਿਲਾਂ ਨਾ ਵੀਜ਼ਾ ਤੋਂ ਬਾਅਦ ਸਾਨੂੰ ਕੁਝ ਵੀ ਪੇ ਨਹੀਂ ਕਰਨਾ ਹੈ। ਸੋ ਦੈਟ ਇਜ਼ ਆਈ ਥਿੰਕ ਦ ਬੈਸਟ ਪਾਰਟ ਆਫ AECC। ਜੀ 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 ਬਿਲਕੁਲ। ਸੋ ਇਸੇ ਕਰਕੇ ਬਹੁਤ ਇੱਕ ਫਾਇਦਾ ਹੁੰਦਾ ਹੈ ਜਿਸ ਕੰਪਨੀ ਦੇ ਡਾਇਰੈਕਟ ਟਾਈਪਸ ਹੁੰਦੇ ਨੇ, ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਪਹੁੰਚਾਣੀ ਹੈ, ਤੁਹਾਡੇ ਡਾਕੂਮੈਂਟਸ ਕਾਲਜ ਜਾਂ ਯੂਨੀਵਰਸਿਟੀ ਤੱਕ ਪਹੁੰਚਾਣੇ ਆ। ਸੋ ਬੜਾ ਹੀ ਪ੍ਰੋਸੈਸ ਜੋ ਹੈ ਜਲਦੀ ਹੋ ਸਕਦਾ ਹੈ, ਤੇ ਇਸੇ ਲਈ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਹਰ ਉਹ ਚੀਜ਼ਾਂ ਨੂੰ ਅਵੇਅਰ ਕਰਵਾਉਂਦੇ ਰਹੀਏ ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ ਤੇ ਜਿੱਥੇ ਵੀ ਅਪਲਾਈ ਕਰਨਾ ਬਹੁਤ ਸਹੀ ਤਰੀਕੇ ਨਾਲ ਸਹੀ ਡਿਸੀਜਨ ਲੈ ਕੇ ਤੁਸੀਂ ਅੱਗੇ ਵਧੋ। ਤਾਂ ਮੈਮ ਐਕਚੁਅਲੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਟੂਡੈਂਟਸ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਦੇ ਡਾਕੂਮੈਂਟਸ ਲਗਾਉਣੇ ਨੇ ਅਗਰ ਅਸੀਂ ਸਟੱਡੀ ਵੀਜ਼ਾ ਦੀ ਅਪਲਾਈ ਕਰਨ ਜਾ ਰਹੇ ਹਾਂ, ਤੇ ਉਹ ਕਨਫਿਊਜ਼ ਹੋ ਜਾਂਦੇ ਨੇ ਕਈ ਵਾਰੀ ਕਿ ਹੁਣ ਅਸੀਂ ਇਹ ਡਾਕੂਮੈਂਟਸ ਕਿੱਥੋਂ ਲੈ ਕੇ ਆਈਏ ਜਾਂ ਫਲਾਣੇ ਡਾਕੂਮੈਂਟਸ ਕਿੱਥੋਂ ਪੂਰੇ ਕਰੀਏ। ਤਾਂ ਮੈਂ ਚਾਹੂੰਗੀ ਕਿ ਕਿਉਂ ਨਾ ਅਸੀਂ ਅੱਜ ਆਸਟ੍ਰੇਲੀਆ ਬਾਰੇ ਡਿਟੇਲ 'ਚ ਗੱਲ ਕਰ ਰਹੇ ਹਾਂ ਤਾਂ ਸਟੂਡੈਂਟਸ ਨੂੰ ਇਹ ਵੀ ਗੱਲ ਜ਼ਰੂਰ ਡਿਸਕਸ ਕਰੀਏ, ਉਹਨਾਂ ਨੂੰ ਦੱਸੀਏ ਕਿ ਕਿਹੜੇ ਡਾਕੂਮੈਂਟਸ ਬਹੁਤ ਜ਼ਰੂਰੀ ਨੇ ਜੇਕਰ ਆਸਟ੍ਰੇਲੀਆ ਲਈ ਅਪਲਾਈ ਕਰਨ ਜਾ ਰਹੇ ਨੇ। ਦੇਖੋ, ਜਿਹੜੇ ਬੇਸਿਕ ਡਾਕੂਮੈਂਟਸ ਹੈਗੇ ਆ ਉਹ ਕਿਸੇ ਵੀ ਹੋਰ ਕੰਟਰੀ ਦੀ ਤਰ੍ਹਾਂ ਆਲਮੋਸਟ ਸੇਮ ਹੀ ਹੈ। ਸਟੂਡੈਂਟ ਨੂੰ ਪਾਸਪੋਰਟ ਚਾਹੀਦਾ ਹੈ, ਸਟੂਡੈਂਟ ਨੂੰ 10th ਤੋਂ ਲੈ ਕੇ ਜੋ ਵੀ ਉਹਨੇ ਲੇਟੈਸਟ ਸਟੱਡੀ ਕੀਤੀ ਹੈ, 10th ਹੋ ਗਿਆ, 12th ਹੋ ਗਿਆ, ਅਗਰ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਹ ਸਾਰੀ ਮਾਰਕਸ਼ੀਟਸ, ਪ੍ਰੋਵਿਜ਼ਨਲ ਡਿਗਰੀ, ਉਹ ਸਭ ਡਾਕੂਮੈਂਟਸ ਵੀ ਚਾਹੀਦੇ ਆ। ਤੇ ਅਗਰ ਸਟੂਡੈਂਟ ਦਾ ਕੋਈ ਵਰਕ ਐਕਸਪੀਰੀਅੰਸ ਹੈਗਾ ਤਾਂ ਉਹਨੂੰ ਆਪਣੇ ਵਰਕ ਐਕਸਪੀਰੀਅੰਸ ਦੇ ਨਾਲ ਰਿਲੇਟਡ ਡਾਕੂਮੈਂਟਸ ਵੀ ਸਾਰੇ ਐਪਲੀਕੇਸ਼ਨ ਦੇ ਟਾਈਮ ਤੇ ਹੀ ਸਬਮਿਟ ਕਰਨੇ ਚਾਹੀਦੇ ਆ। ਮੋਸਟ ਆਫ ਦਾ ਯੂਨੀਵਰਸਿਟੀਜ਼ ਕੋਈ ਵੀ ਫਾਈਨੈਂਸ਼ੀਅਲ ਡਾਕੂਮੈਂਟਸ ਜਾਂ ਸਟੇਟਮੈਂਟ ਆਫ ਪਰਪਸ ਐਪਲੀਕੇਸ਼ਨ ਦੇ ਟਾਈਮ ਤੇ ਨਹੀਂ ਮੰਗਦੀਆਂ। ਜਦੋਂ ਤੁਸੀਂ ਐਪਲੀਕੇਸ਼ਨ ਸਬਮਿਟ ਕਰਦੇ ਹੋ ਉਸ ਤੋਂ ਬਾਅਦ ਹਰ ਯੂਨੀਵਰਸਿਟੀ ਦੀ ਆਪਣੀ ਇੱਕ ਸਪੈਸੀਫਿਕ ਰਿਕੁਆਇਰਮੈਂਟ ਹੁੰਦੀ ਹੈ ਜਿਹਦੇ ਬਾਰੇ ਸਾਡੇ ਕਾਉਂਸਲਰ ਸਾਰੇ ਸਟੂਡੈਂਟਸ ਨੂੰ ਗਾਈਡ ਕਰਦੇ ਆ ਕਿ ਐਪਲੀਕੇਸ਼ਨ ਭੇਜਣ ਤੋਂ ਬਾਅਦ ਤੁਹਾਡਾ ਇੰਟਰਵਿਊ ਹੋਏਗਾ ਕਿ ਨਹੀਂ ਹੋਏਗਾ। ਅਸੀਂ ਸਟੂਡੈਂਟਸ ਨੂੰ ਇਨਫੈਕਟ ਪ੍ਰਪੇਅਰ ਵੀ ਕਰਾਉਂਦੇ ਆ, ਗਾਈਡ ਵੀ ਕਰਦੇ ਆ ਕਿ ਕਿਹੜੇ ਇੰਪੋਰਟੈਂਟ ਕੁਐਸਚਨਸ ਹੈ ਜਿਹੜੇ ਉਹਨਾਂ ਨੂੰ ਇੰਟਰਵਿਊ ਦੇ ਲਈ ਪ੍ਰਪੇਅਰ ਕਰਨੇ ਚਾਹੀਦੇ ਆ। ਸੋ ਵਾਂਸ ਸਟੂਡੈਂਟ ਰਿਸੀਵਸ ਐਨ ਆਫਰ ਲੈਟਰ, ਫਿਰ ਫਾਈਨੈਂਸ਼ੀਅਲ ਪ੍ਰੋਸੈਸ ਸ਼ੁਰੂ ਹੁੰਦਾ ਹੈ ਕਿ ਕਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਅਸੀਂ ਯੂਨੀਵਰਸਿਟੀਜ਼ ਨੂੰ ਸਬਮਿਟ ਕਰਨੇ ਆ। ਸੋ ਦਿਸ ਇਜ਼ ਦਾ ਪ੍ਰੋਸੈਸ ਸਟੈਪ ਬਾਈ ਸਟੈਪ ਜਿਹਦੇ ਵਿੱਚ ਅਸੀਂ ਸਟੂਡੈਂਟ ਨੂੰ ਪੂਰੀ ਤਰ੍ਹਾਂ ਗਾਈਡ ਕਰੀਦਾ। ਜੀ ਬਿਲਕੁਲ। ਤੇ ਜਦੋਂ ਵੀ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ GTE ਟਰਮ ਬਹੁਤ ਹੀ ਯੂਜ਼ ਕੀਤੀ ਜਾਂਦੀ ਹੈ
ਤਾਂ ਸਟੂਡੈਂਟਸ ਨੂੰ ਆਪਾਂ ਜਦ ਡਿਟੇਲ 'ਚ ਗੱਲਾਂ ਕਰ ਰਹੇ ਹਾਂ ਤਾਂ ਜੀਟੀ ਬਾਰੇ ਸਮਝਾਵਾਂਗੇ ਜ਼ਰੂਰ, ਤਾਂ ਕਿ ਉਹਨਾਂ ਨੂੰ ਵੀ ਪਤਾ ਹੋਵੇ ਕਿ ਜੀਟੀ ਦਾ ਕਿੰਨਾ ਖਾਸ ਰੋਲ ਹੈ ਔਰ ਕਿਵੇਂ ਇਸ ਉੱਪਰ ਕੰਮ ਕੀਤਾ ਜਾਂਦਾ ਹੈ। देखो सच्चाई ये है कि जो भी स्टूडेंट ऑस्ट्रेलिया अप्लाई कर रहा है ਉਹ ਅੱਜ ਨਹੀਂ ਤਾਂ ਕੱਲ ਪੀਆਰ ਤਾਂ ਦੇਖ ਹੀ ਰਿਹਾ ਬਿਲਕੁਲ, ਬਟ ਤੁਸੀਂ ਇਹ ਡਾਇਰੈਕਟਲੀ ਕਹਿ ਨਹੀਂ ਸਕਦੇ। ਸੋ ਜੀਟੀ ਦਾ ਟੈਕਨੀਕਲ ਆਨਸਰ ਹੈ ਕਿ ਜੈਨੂਇਨ ਟੈਂਪਰੇਰੀ ਐਂਟਰੈਂਟ, ਮਤਲਬ ਜੋ ਵੀ ਸਟੂਡੈਂਟ ਜਾ ਰਿਹਾ ਉਹਦੀ ਜਿਹੜੀ ਫਰਸਟ ਇੰਟੈਂਸ਼ਨ ਹੈਗੀ ਆ ਉਹ ਸਟੱਡੀ ਦੀ ਹੈ ਜੀ। ਸੋ देयर आर 4-5 ਥਿੰਗਸ ਵਿਚ ਯੂ ਹੈਵ ਟੂ ਕਵਰ ਅੰਡਰ ਜੀਟੀ। ਸਭ ਤੋਂ ਪਹਿਲੀ ਗੱਲ ਹੈ ਵਾਈ ਆਸਟ੍ਰੇਲੀਆ, ਤੁਸੀਂ ਆਸਟ੍ਰੇਲੀਆ ਜਾ ਕਿਉਂ ਰਹੇ ਹੋ, ਤੁਸੀਂ ਇਸ ਵਾਈ ਦਿਸ ਪਾਰਟਿਕੂਲਰ ਕੋਰਸ ਤੁਸੀਂ ਐਕਸਪਲੇਨ ਕਰਨਾ ਹੁੰਦਾ ਹੈ ਕਿ ਤੁਸੀਂ ਜੋ ਵੀ ਕੋਰਸ ਤੁਸੀਂ ਚੂਜ਼ ਕਰ ਰਹੇ ਹੋ ਉਹਦੇ ਵਿੱਚ ਕਿਉਂ ਜਾ ਰਹੇ ਹੋ, ਕਿਵੇਂ ਤੁਹਾਡੀ ਪ੍ਰੀਵੀਅਸ ਸਟੱਡੀ ਤੋਂ ਰੈਲੇਵੈਂਟ ਹੈ ਜੀ। ਫਿਰ ਦੈਨ ਕੋਰਸ ਆਊਟਕਮ, ਕੋਰਸ ਪੜ੍ਹਨ ਤੋਂ ਬਾਅਦ ਤੁਸੀਂ ਕਿਹੜੀ ਜੌਬ ਕਰ ਸਕਦੇ ਹੋ। ਐਂਡ ਫੋਰਥ ਥਿੰਗ ਇਜ਼ ਕੰਪੈਰੀਜ਼ਨ। ਤੁਹਾਨੂੰ ਇਹ ਪੁੱਛਿਆ ਜਾਂਦਾ ਇੱਕ ਤਰ੍ਹਾਂ ਦਾ ਜੀਟੀ ਦਾ ਮਤਲਬ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਉਹ ਸਿਮਿਲਰ ਕੋਰਸ ਇੰਡੀਆ ਵਿੱਚ ਹੈਗਾ ਤਾਂ ਤੁਸੀਂ ਇੰਡੀਆ 'ਚ ਕਿਉਂ ਨਹੀਂ ਪੜ੍ਹ ਰਹੇ। ਬਿਲਕੁਲ, ਜੇ ਉਹ ਸਿਮਿਲਰ ਕੋਰਸ ਆਸਟ੍ਰੇਲੀਆ ਦੇ ਨਾਲ ਕਿਸੇ ਹੋਰ ਕੰਟਰੀ 'ਚ ਹੈ, ਯੂਐਸ 'ਚ ਹੈ, ਕੈਨੇਡਾ 'ਚ ਹੈ, ਯੂਕੇ 'ਚ ਹੈ, ਤਾਂ ਤੁਸੀਂ ਉਹਨਾਂ ਕੰਟਰੀਜ਼ 'ਚ ਕਿਉਂ ਨਹੀਂ ਪੜ੍ਹ ਰਹੇ। ਜਾਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਹੋਰ ਯੂਨੀਵਰਸਿਟੀਜ਼ ਹੈ ਤੁਸੀਂ ਉੱਥੇ ਕਿਉਂ ਨਹੀਂ ਜਾ ਰਹੇ, ਸਿਰਫ ਇਸੇ ਯੂਨੀਵਰਸਿਟੀ 'ਚ ਕਿਉਂ ਆ ਰਹੇ ਹੋ। ਤੇ ਤੁਹਾਡੀ ਰਿਟਰਨ ਆਫ ਇਨਵੈਸਟਮੈਂਟ ਕੀ ਹੈ, ਮਤਲਬ ਕੋਰਸ ਪੜ੍ਹਨ ਤੋਂ ਬਾਅਦ ਤੁਸੀਂ ਜੋ ਇੰਨਾ ਪੈਸਾ ਲਗਾ ਰਹੇ ਹੋ ਤੁਹਾਨੂੰ ਉਸ ਦਾ ਆਊਟਕਮ ਕੀ ਮਿਲ ਰਿਹਾ। ਸੋ ਇਹ ਸਾਰੇ 4-5 ਫੈਕਟਰਸ ਤੁਸੀਂ ਆਪਣੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਐਕਸਪਲੇਨ ਕਰਨੇ ਹੁੰਦੇ ਆ। ਇਹਨੂੰ ਹੀ ਜੀਟੀ ਕਹਿੰਦੇ ਆ। ਬਿਲਕੁਲ, ਮੈਨੂੰ ਪੂਰੀ ਉਮੀਦ ਹੈ ਕਿ ਸਟੂਡੈਂਟਸ ਨੇ ਵੀ ਕਲੀਅਰ ਹੋ ਗਿਆ ਹੈਗਾ, ਕਿਉਂਕਿ ਜਿਵੇਂ ਕੈਨੇਡਾ ਲਈ ਐਸਓਪੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤੇ ਜਿੱਥੇ ਆਸਟ੍ਰੇਲੀਆ ਦੀ ਗੱਲ ਆ ਜਾਂਦੀ ਹੈ ਤਾਂ ਤੁਹਾਨੂੰ ਜੀਟੀ ਦੇ ਉੱਪਰ ਆਪਣਾ ਪੂਰਾ ਅਵੇਅਰ ਹੋਣਾ ਚਾਹੀਦਾ, ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ, ਜਿਵੇਂ ਕਿ ਮੈਮ ਨੇ ਹੁਣੇ ਪੂਰਾ ਡਿਟੇਲ ਵਿੱਚ ਦੱਸਿਆ। ਸੋ ਤੁਸੀਂ ਅਗਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋ, ਅਵੇਅਰ ਰਹਿੰਦੇ ਹੋ, ਤਾਂ ਤੁਹਾਨੂੰ ਕਿਤੇ ਵੀ ਕੋਈ ਰੁਕਾਵਟ ਫੇਸ ਨਹੀਂ ਕਰਨੀ ਪਏਗੀ। ਅੱਗੋਂ ਸਾਡੇ ਕੋਲ ਮੈਮ ਜਿਵੇਂ ਦੇ ਲਗਾਤਾਰ ਸਵਾਲ ਆਉਂਦੇ ਹੀ ਰਹਿੰਦੇ ਨੇ, ਤਾਂ ਜਿਹੜੇ ਮੈਰਿਡ ਕਪਲਸ ਹੁੰਦੇ ਨੇ, ਮੈਰਿਡ ਐਪਲੀਕੈਂਟਸ ਹੁੰਦੇ ਨੇ, ਉਹਨਾਂ ਦਾ ਵੀ ਸਵਾਲ ਆਉਂਦਾ ਰਹਿੰਦਾ ਸਾਡੇ ਕੋਲ ਬਹੁਤ ਕਿ ਕੀ ਅਸੀਂ ਅਗਰ ਆਸਟ੍ਰੇਲੀਆ ਲਈ ਅਪਲਾਈ ਕਰਦੇ ਹਾਂ ਤਾਂ ਸਾਡਾ ਕਿੰਨਾ ਕੁ ਸਕੋਪ ਹੈ ਕਿ ਸਕਸੈਸਫੁਲੀ ਸਾਡਾ ਵੀਜ਼ਾ ਲੱਗੇਗਾ, ਜਾਂ ਕਿਵੇਂ ਦਾ ਇਸ ਦਾ ਪ੍ਰੋਸੈਸ ਹੈ। ਦੇਖੋ ਮੈਂ ਬੜੀ ਪ੍ਰਾਊਡਲੀ ਇੱਕ ਗੱਲ ਕਹਿ ਸਕਦੀ ਹਾਂ ਕਿ ਜਿੰਨੇ ਵੀ ਮੈਰਿਡ ਐਪਲੀਕੈਂਟਸ ਦੇ ਕੇਸਿਸ ਐਜ਼ AECC ਅਸੀਂ ਲਗਾਏ ਅੱਜ ਤੱਕ ਕਦੀ ਕੋਈ ਇਸ ਚੀਜ਼ ਲਈ ਰਿਫਿਊਜ਼ ਨਹੀਂ ਹੋਇਆ ਕਿ ਉਹ ਮੈਰਿਡ ਹੈ। Okay, so if you are taking all the precautions while putting up an application of a married applicant, ਮੈਨੂੰ ਨਹੀਂ ਲੱਗਦਾ ਕਿ ਉਹਦੇ ਰਿਫਿਊਜ਼ਲ ਦਾ ਕੋਈ ਵੀ ਰੀਜ਼ਨ ਹੁੰਦਾ ਹੈ। ਬਟ ਸਟੂਡੈਂਟਸ ਨੂੰ 2-3 ਮੇਨ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਸਭ ਤੋਂ ਪਹਿਲੀ ਗੱਲ ਕਿ ਕੋਈ ਵੀ ਅੰਡਰਗ੍ਰੈਡ ਸਟੂਡੈਂਟ ਐਜ਼ ਅ ਮੈਰਿਡ ਐਪਲੀਕੈਂਟ ਵੀਜ਼ਾ ਅਪਲਾਈ ਨਹੀਂ ਕਰ ਸਕਦਾ ਜਾਂ ਐਪਲੀਕੇਸ਼ਨ ਨਹੀਂ ਪਾ ਸਕਦਾ। ਸੈਕੰਡਲੀ ਸਿਰਫ ਪੋਸਟ ਗ੍ਰੈਜੂਏਟ ਸਟੂਡੈਂਟਸ ਜਿਹੜੇ ਮਾਸਟਰਸ ਲਈ ਜਾਂ ਉਸ ਤੋਂ ਹਾਇਰ ਡਿਗਰੀਜ਼ ਲਈ ਜਾ ਰਹੇ ਆ, ਰਿਸਰਚ ਦੇ ਲਈ ਜਾ ਰਹੇ ਆ, ਉੱਥੇ ਹੀ ਮੈਰਿਡ ਐਪਲੀਕੈਂਟਸ ਜਾ ਸਕਦੇ ਆ। ਐਂਡ ਦੈਨ ਐਪਲੀਕੈਂਟ ਦੇ ਨਾਲ ਸਪਾਊਸ ਦਾ ਪ੍ਰੋਫਾਈਲ ਵੀ ਥੋੜਾ ਕੇਅਰਫੁਲੀ ਦੇਖਿਆ ਜਾਂਦਾ ਹੈ। ਠੀਕ ਹੈ। ਫॉर एग्जांपल मिनिमम क्वालिफिकेशन स्पाउस ਦੀ ਮਿਨੀਮਮ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਮੈਰਿਜ ਨੂੰ 1 ਸਾਲ ਹੋ ਚੁੱਕਿਆ ਹੋਣਾ ਚਾਹੀਦਾ ਜਦੋਂ ਤੁਸੀਂ ਐਪਲੀਕੇਸ਼ਨ ਪਾ ਰਹੇ ਹੋ। ਜੀ ਜੀ। ਐਂਡ ਦੈਨ ਦੇ ਆਲਸੋ ਲੁੱਕ ਇਨਟੂ ਡਿਟੇਲਸ ਕਿ ਜਿਹੜਾ ਸਪਾਊਸ ਹੈ ਉਹ ਕੰਮ ਕੀ ਕਰਦਾ ਹੈ, ਉਹਦੀ ਇਨਕਮ ਕਿੰਨੀ ਹੈ। ਬੇਸਿਕਲੀ ਦੇ ਵਾਂਟ ਟੂ ਨੋ ਕਿ ਕੀ ਸਪਾਊਸ ਉੱਥੇ ਆਸਟ੍ਰੇਲੀਆ 'ਚ ਜਦੋਂ ਉਹਨੂੰ ਐਂਟਰੀ ਮਿਲਦੀ ਹੈ ਕਿ ਉਹ ਇੱਕ ਡੀਸੈਂਟ ਲਿਵਿੰਗ ਜਾਂ ਇੱਕ ਡੀਸੈਂਟ ਕੰਮ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਬਿਲਕੁਲ ਜੀ। ਐਂਡ ਸੋ ਇਹ ਸਾਰੀਆਂ ਚੀਜ਼ਾਂ ਅਗਰ ਧਿਆਨ 'ਚ ਰੱਖੋਗੇ ਤਾਂ ਕੋਈ ਵੀ ਰੀਜ਼ਨ ਨਹੀਂ ਹੈ ਕਿ ਮੈਰਿਡ ਐਪਲੀਕੈਂਟਸ ਦੇ ਕੇਸਿਸ ਰਿਫਿਊਜ਼ ਹੋ ਜਾਣ। ਜੀ 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 ਬਿਲਕੁਲ। ਸੋ ਜਿਹੜੇ ਵੀ ਸਾਡੇ ਕੋਲ, ਕਿਉਂਕਿ ਇੱਕ ਨਹੀਂ ਬਹੁਤ ਸਾਰੇ ਸਟੂਡੈਂਟਸ ਦੇ ਇਹ ਸਵਾਲ ਆਉਂਦੇ ਨੇ, ਸੋ ਮੈਨੂੰ ਉਮੀਦ ਹੈ ਕਿ ਕਿਉਂਕਿ ਅਸੀਂ ਅੱਜ ਖਾਸ ਤੌਰ ਤੇ ਆਸਟ੍ਰੇਲੀਆ ਉੱਪਰ ਫੋਕਸ ਕਰਕੇ ਹੀ ਸਾਰੇ ਜੋ ਤੁਹਾਡੇ ਸਵਾਲ ਸਾਡੇ ਕੋਲ ਆਉਂਦੇ ਨੇ ਉਹਨਾਂ ਦੇ ਹੀ ਜਵਾਬ ਮੈਮ ਤੋਂ ਲੈ ਰਹੇ ਹਾਂ। ਅਗਰ ਆਪਾਂ ਗੱਲ ਕਰੀਏ ਹੁਣ ਪ੍ਰੋਸੈਸਿੰਗ ਟਾਈਮ ਦੀ ਕਿ ਜਿਹੜੇ ਸਟੂਡੈਂਟਸ ਨੂੰ ਅਪਲਾਈ ਕਰ ਰਹੇ ਨੇ, ਕਿਉਂਕਿ ਸੁਣਨ ਵਿੱਚ ਆ ਰਿਹਾ ਕਿ ਰਿਜ਼ਲਟਸ ਬਹੁਤ ਡਿਲੇ ਚੱਲ ਰਹੇ ਨੇ, ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਤਾਂ ਕਿ ਸਟੂਡੈਂਟਸ ਟਾਈਮਲੀ ਜੋ ਹੈ ਆਪਣੀ ਫਾਈਲ ਪ੍ਰੋਸੈਸ ਕਰਵਾਉਣ, ਦੇਰੀ ਨਾ ਕਰਨ। ਤੁਸੀਂ ਬਹੁਤ ਹੀ ਅੱਛਾ ਕੁਐਸਚਨ ਪੁੱਛਿਆ ਹੈ। ਦੇਖੋ ਆਸਟ੍ਰੇਲੀਆ ਨੇ ਆਲਮੋਸਟ 2 ਸਾਲ ਦੇ ਬਾਅਦ ਰੀਓਪਨ ਕੀਤਾ। ਕੋਵਿਡ ਦੇ ਟਾਈਮ ਆਸਟ੍ਰੇਲੀਆ ਵਾਸ ਦਾ ਓਨਲੀ ਕੰਟਰੀ ਜਿਹਨੇ ਬਹੁਤ ਲੰਬੀ ਦੇਰ ਤੱਕ ਕੰਟਰੀ ਨੂੰ ਕਲੋਜ਼ ਕਰਕੇ ਰੱਖਿਆ। ਸੋ ਇਨ ਨਵੰਬਰ ਐਂਡ ਦੇ ਐਕਚੁਅਲੀ ਓਪਨਡ ਅਪ ਦਾ ਕੰਟਰੀ ਐਂਡ ਜਿਹੜੇ ਸਟੂਡੈਂਟਸ ਵਿਚਾਰੇ ਬਹੁਤ ਦੇਰ ਤੋਂ ਵੇਟ ਕਰ ਰਹੇ ਸੀਗੇ ਕਿ ਸਿਰਫ ਆਸਟ੍ਰੇਲੀਆ ਹੀ ਅਪਲਾਈ ਕਰਨਾ ਹੈ, ਉਹਨਾਂ ਨੇ ਫਟਾਫਟ ਆਪਣਾ ਫੈਬਰੂਰੀ 22 ਦੇ ਲਈ ਐਪਲੀਕੇਸ਼ਨ ਪ੍ਰੋਸੈਸ ਕੰਪਲੀਟ ਕੀਤਾ ਤੇ ਅਪਲਾਈ ਕੀਤਾ। ਸੋ ਬਿਕਾਜ਼ ਕੰਟਰੀ ਇੰਨੀ ਦੇਰ ਲਈ ਬੰਦ ਸੀਗਾ, ਐਪਲੀਕੇਸ਼ਨ ਵਰਕਲੋਡ ਜਿਹੜਾ ਐਪਲੀਕੇਸ਼ਨਸ ਬਹੁਤ ਜ਼ਿਆਦਾ ਸੀਗੀਆਂ, ਸੋ ਪ੍ਰੋਸੈਸਿੰਗ ਟਾਈਮ 'ਚ ਦੇਰ ਹੋਣਾ ਨੈਚੁਰਲੀ ਸੀਗਾ। ਸੋ ਇਸ ਟਾਈਮ ਤੇ ਜਨਰਲੀ 4 ਤੋਂ 6 ਹਫ਼ਤੇ ਲੱਗ ਰਹੇ ਆ ਵੀਜ਼ਾ ਆਉਣ ਦੇ ਵਿੱਚ, ਔਰ ਕੁਝ ਕੇਸਿਸ 'ਚ ਥੋੜਾ ਜਲਦੀ ਜਾਂ ਥੋੜਾ ਲੇਟ ਵੀ ਹੋ ਰਿਹਾ। ਓਕੇ। ਕਿਉਂਕਿ ਮੈਕਸਿਮਮ ਜਿਹੜੇ ਅਸੀਂ ਹੁਣ ਵੀਜ਼ਾ ਰਿਜ਼ਲਟ ਦੇਖ ਰਹੇ ਹਾਂ, ਅਸੀਂ ਉਹ ਮੈਕਸਿਮਮ ਵੀਜ਼ਾ ਰਿਜ਼ਲਟ ਦੇਖ ਰਹੇ ਹਾਂ ਕਿ ਉਹ ਇੰਡੀਆ ਤੋਂ ਨਹੀਂ ਪਰਥ ਤੋਂ ਹੀ ਪ੍ਰੋਸੈਸ ਹੋ ਰਹੀਆਂ ਫਾਈਲਸ। ਜੀ। ਸੋ
ਮੈਨੂੰ ਇਹ ਲੱਗ ਰਿਹਾ ਹੈ ਕਿ ਨੈਕਸਟ ਇਨਟੇਕ ਦੇ ਵਿੱਚ ਵੀ ਜੁਲਾਈ 22 ਦੇ ਵਿੱਚ ਵੀ ਸੇਮ ਹੀ ਟ੍ਰੈਂਡ ਫੋਲੋ ਹੋਣਾ ਹੈ। ਸੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਸਟੂਡੈਂਟਸ ਜੁਲਾਈ 22 ਦੇ ਲਈ ਆਪਣੇ ਡਾਕੂਮੈਂਟੇਸ਼ਨ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਜਲਦੀ ਵੀਜ਼ਾ ਲਗਾਉਣ, ਤਾਂ ਜੋ ਉਹਨਾਂ ਨੂੰ ਮਤਲਬ ਇਸ ਇਨਡਿਸਾਈਸਿਵ ਸਿਚੁਏਸ਼ਨ 'ਚ ਨਾ ਰਹਿਣਾ ਪਏ ਕਿ ਸਾਡਾ ਵੀਜ਼ਾ ਨਹੀਂ ਆਇਆ ਤੇ ਹੁਣ ਸਾਡਾ ਇਨਟੇਕ ਸਟਾਰਟ ਹੋਣ ਵਾਲਾ, ਹੁਣ ਅਸੀਂ ਕੀ ਕਰੀਏ। ਜੀ ਜੀ ਸੋ ਵੈਰੀ ਵੈਰੀ ਇੰਪੋਰਟੈਂਟ ਕਿ ਜਲਦੀ ਤੋਂ ਜਲਦੀ ਜੁਲਾਈ 22 ਦੇ ਲਈ ਹੁਣੇ ਹੀ ਅਪਲਾਈ ਕਰੋ ਅਗਰ ਨਹੀਂ ਕੀਤਾ ਹੋਇਆ। ਜੀ ਬਿਲਕੁਲ, ਤੇ ਤੁਸੀਂ ਬਿਲਕੁਲ ਵੀ ਦੇਰੀ ਨਾ ਕਰੋ, ਕਿਉਂਕਿ ਥੋੜੀ ਜਿਹੀ ਦੇਰੀ ਦੇ ਨਾਲ ਹੀ ਪੂਰਾ ਇਨਟੇਕ ਜੋ ਹੈ ਮਿਸ ਹੋ ਜਾਂਦਾ ਹੈ, ਫਿਰ ਨੈਕਸਟ ਇਨਟੇਕ ਤੇ ਗੱਲ ਚਲੀ ਜਾਂਦੀ ਹੈ ਤੇ ਉਸ ਦੇ ਨਾਲ ਤੁਹਾਡੀ ਹੀ ਪ੍ਰੋਫਾਈਲ ਦੇ ਵਿੱਚ ਗੈਪ ਜੋ ਹੈ ਵੱਧਦਾ ਜਾਂਦਾ ਹੈ, ਕਈ ਵਾਰੀ ਜਿਸ ਨੂੰ ਜਸਟੀਫਾਈ ਕਰਨਾ ਵੀ ਮੁਸ਼ਕਿਲ ਹੁੰਦਾ ਜਾਂਦਾ ਹੈ। ਸੋ ਟਾਈਮਲੀ ਜੋ ਹੈ ਆਪਣਾ ਡਿਸੀਜਨ ਲਓ ਤੇ ਜਲਦੀ ਅਪਲਾਈ ਤੁਸੀਂ ਕਰ ਸਕਦੇ ਹੋ। ਅਗਰ ਗੱਲ ਕਰੀਏ ਉਹਨਾਂ ਸਟੂਡੈਂਟਸ ਦੀ ਜਿਹੜੇ ਕੈਨੇਡਾ ਤੋਂ ਰਿਫਿਊਜ਼ਲ ਜਿਨ੍ਹਾਂ ਨੂੰ ਆ ਚੁੱਕੀ ਹੈ, 1 ਜਾਂ 2 ਵਾਰ ਰਿਫਿਊਜ਼ਲ ਆ ਚੁੱਕੀ ਹੈ, ਕਿ ਉਹ ਵੀ ਹੁਣ ਅਗਰ ਅਪਲਾਈ ਕਰਦੇ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਤਾਂ ਉਹਨਾਂ ਦਾ ਵੀ ਪ੍ਰੋਸੈਸ ਉਸੇ ਰਫਤਾਰ ਨਾਲ ਚੱਲੇਗਾ ਜਿਵੇਂ ਕਿ ਕੋਈ ਫਰੈਸ਼ ਸਟੂਡੈਂਟ ਦਾ ਹੁੰਦਾ ਹੈ? ਦੇਖੋ ਇਹਦੇ ਵਿੱਚ 2 ਸਿਨੈਰੀਓਜ਼ ਨੇ। ਅਗਰ ਕੋਈ ਸਟੂਡੈਂਟ ਆਲਰੇਡੀ ਆਸਟ੍ਰੇਲੀਆ ਤੋਂ ਰਿਫਿਊਜ਼ ਹੋਇਆ ਹੈ ਇਨ ਦਾ ਕੈਟਾਗਰੀ ਆਫ ਸਟੂਡੈਂਟ ਵੀਜ਼ਾ, ਉਹਨਾਂ ਦੇ ਲਈ ਬਹੁਤ ਹੀ ਘੱਟ ਚਾਂਸਿਸ ਹੈ ਕਿ ਉਹ ਦੁਬਾਰਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਣ, ਕਿਉਂਕਿ ਮੈਕਸਿਮਮ ਯੂਨੀਵਰਸਿਟੀਜ਼ ਉਹਨਾਂ ਦੀ ਐਪਲੀਕੇਸ਼ਨ ਐਕਸੈਪਟ ਨਹੀਂ ਕਰਨਗੀਆਂ। ਬਟ ਅਗਰ ਕੋਈ ਸਟੂਡੈਂਟ ਹੋਰ ਕਿਸੇ ਕੈਟਾਗਰੀ ਦੇ ਵਿੱਚ, ਫੋਰ ਐਗਜ਼ਾਮਪਲ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਸੀ ਕਦੀ ਫੈਮਿਲੀ ਦੇ ਨਾਲ 4-5 ਸਾਲ ਪਹਿਲਾਂ, ਜਿਹੜਾ ਰਿਫਿਊਜ਼ ਹੋਇਆ, ਠੀਕ ਹੈ, ਤੇ ਹੁਣ ਉਹਦੇ ਸਰਕਮਸਟੈਂਸਿਸ ਚੇਂਜ ਹੋ ਚੁੱਕੇ ਹੈ, ਤਾਂ ਆਪਾਂ ਉਹਨਾਂ ਦੇ ਉਹ ਵਾਲੇ ਸਟੂਡੈਂਟਸ ਨੂੰ ਸਟੂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ ਹਾਂ। ਸਾਰਾ ਕੇਸ ਐਕਸਪਲੇਨ ਕਰਨਾ ਪਏਗਾ ਚੰਗੀ ਤਰ੍ਹਾਂ, ਐਂਡ ਮੈਕਸਿਮਮ ਯੂਨੀਵਰਸਿਟੀਜ਼ ਨੂੰ ਅਗਰ ਤੁਸੀਂ ਐਜ਼ ਅ ਸਟੂਡੈਂਟ ਤੁਸੀਂ ਵਧੀਆ ਪਰਫਾਰਮ ਕੀਤਾ ਆਪਣੀ ਰੀਸੈਂਟ ਕੁਆਲੀਫਿਕੇਸ਼ਨਸ ਦੇ ਵਿੱਚ ਇੰਡੀਆ ਦੇ ਵਿੱਚ, ਕੋਈ ਇਸ਼ੂ ਨਹੀਂ ਆਏਗਾ ਐਪਲੀਕੇਸ਼ਨ ਹੋਣ ਦੇ ਵਿੱਚ ਜਾਂ ਵੀਜ਼ਾ ਲੱਗਣ 'ਚ। ਗੱਲ ਆ ਜਾਂਦੀ ਹੈ ਬਾਕੀ ਕੰਟਰੀਜ਼ ਤੋਂ ਰਿਫਿਊਜ਼ਲ ਦੀ। ਫੋਰ ਐਗਜ਼ਾਮਪਲ ਤੁਸੀਂ ਕਿਹਾ ਕੈਨੇਡਾ ਤੋਂ ਰਿਫਿਊਜ਼ਡ ਕੇਸਿਸ ਕਿਵੇਂ ਕਰ ਸਕਦੇ ਹਾਂ, ਤਾਂ ਅਗਰ ਅਸੀਂ ਰੀਸੈਂਟ ਕੈਨੇਡਾ ਦੇ ਰਿਫਿਊਜ਼ਲ ਦੇਖੀਏ, January 22 was kind of disaster for Canada. बहुत सारे स्टूडेंट्स ਦੇ ਵੀਜ਼ਾ ਰਿਜੈਕਟ ਹੋਏ हैं, ਇਨਫੈਕਟ ਡਿਜ਼ਰਵਿੰਗ ਸਟੂਡੈਂਟਸ ਦੇ ਵੀਜ਼ਾ ਰਿਜੈਕਟ ਹੋਏ हैं। ਸੋ ਅਗਰ ਅਕੈਡਮਿਕਲੀ ਉਹਨਾਂ ਦਾ ਪ੍ਰੋਫਾਈਲ ਵਧੀਆ, ਉਹਨਾਂ ਦੀ ਪਰਸੈਂਟੇਜ ਵਧੀਆ, ਉਹਨਾਂ ਨੇ ਗੈਪ ਵਧੀਆ ਐਕਸਪਲੇਨ ਕੀਤਾ ਹੋਇਆ ਹੈ, ਆਇਲਸ ਫੁੱਲਫਿਲ ਕਰ ਰਿਹਾ ਰਿਕੁਆਇਰਮੈਂਟ, ਤਾਂ ਉਹ ਵਾਲੇ ਕੇਸਿਸ ਅਗਰ ਆਸਟ੍ਰੇਲੀਆ ਅਪਲਾਈ ਕਰਦੇ ਨੇ ਤਾਂ ਕੋਈ ਵੀ ਇਸ਼ੂ ਨਹੀਂ ਹੈ। ਯੂਨੀਵਰਸਿਟੀਜ਼ ਆਰ ਓਪਨ ਅਬਾਊਟ ਇਟ, ਹਾਈ ਕਮਿਸ਼ਨ ਇਜ਼ ਗੋਇੰਗ ਟੂ ਲੁੱਕ ਐਟ ਇਟ ਇਨ ਅ ਵੈਰੀ ਪੋਜ਼ਿਟਿਵ ਔਰ ਮੇਬੀ ਇਨ ਅ ਵੇ ਜਿੱਥੇ ਉਹ ਕੰਸੀਡਰ ਕਰਨਗੇ ਉਹ ਸਾਰੇ ਸਰਕਮਸਟੈਂਸਿਸ ਨੂੰ। ਸੋ ਆਈ ਡੋਂਟ ਸੀ ਐਨੀ ਪ੍ਰੋਬਲਮ। ਜਿਹੜੇ ਦੂਸਰੇ ਕੰਟਰੀਜ਼ ਤੋਂ ਰਿਫਿਊਜ਼ਡ ਹੈ ਕੇਸਿਸ, ਅਗਰ ਉਹ ਪ੍ਰੋਫਾਈਲ ਵਾਈਜ਼ ਵਧੀਆ ਨੇ, ਪ੍ਰੋਫਾਈਲ ਠੀਕ ਹੈਗਾ, ਤਾਂ ਵੀਜ਼ਾ 'ਚ ਕੋਈ ਇਸ਼ੂ ਨਹੀਂ ਆਏਗਾ। ਜੀ ਬਿਲਕੁਲ, ਪਰ ਨਾਲ ਦੀ ਨਾਲ ਇਹ ਸਵਾਲ ਆਉਂਦਾ ਜਿਵੇਂ ਆਪਾਂ ਦੇਖੀਏ ਕਿ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਪ੍ਰੋਸੈਸਿੰਗ ਟਾਈਮ ਜ਼ਿਆਦਾ ਜਾ ਰਿਹਾ, ਤਾਂ ਕੀ ਸਟੂਡੈਂਟ ਜਦੋਂ ਅਪਲਾਈ ਕਰ ਰਹੇ ਨੇ ਇੱਕ ਕਾਲਜ ਵਿੱਚ, ਨਾਲ ਦੀ ਨਾਲ 2-3 ਹੋਰ ਕਾਲਜਿਸ ਵਿੱਚ ਅਪਲਾਈ ਕਰਨ, ਤਾਂ ਕਿ ਅਗਰ ਇਨ ਕੇਸ ਇੱਕ ਥਾਂ ਤੋਂ ਨਹੀਂ ਬਣਦੀ ਗੱਲ, ਉਹਨਾਂ ਦਾ ਟਾਈਮ ਜੋ ਹੈ ਬਚ ਜਾਏ, ਕਿਉਂਕਿ ਪ੍ਰੋਸੈਸਿੰਗ ਟਾਈਮ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਹੋ ਚੁੱਕੀ ਹੈ। ਹਾਂਜੀ, ਦੇਖੋ ਜਨਰਲੀ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਮੈਕਸਿਮਮ ਸਟੂਡੈਂਟ ਮਿਨੀਮਮ 2 ਜਾਂ 3 ਯੂਨੀਵਰਸਿਟੀਜ਼ 'ਚ ਅਪਲਾਈ ਕਰਦੇ ਹੈ। ਜੀ ਜੀ, ਬਹੁਤ ਹੀ ਘੱਟ ਇੱਦਾਂ ਦੇ ਸਟੂਡੈਂਟਸ ਹੁੰਦੇ ਆ ਜਿਹੜੇ ਸਿਰਫ ਇੱਕੋ ਹੀ ਯੂਨੀਵਰਸਿਟੀ 'ਚ ਐਪਲੀਕੇਸ਼ਨ ਪਾਉਂਦੇ ਆ। ਸੋ ਐਜ਼ ਅ ਕੰਸਲਟੈਂਟ ਅਸੀਂ ਸਟੂਡੈਂਟ ਨੂੰ ਪੂਰੀ ਤਰ੍ਹਾਂ ਗਾਈਡ ਕਰੀਦਾ ਹੈ ਕਿ ਕਿਹੜੇ ਯੂਨੀਵਰਸਿਟੀ ਦਾ ਟਰਨ ਅਰਾਊਂਡ ਟਾਈਮ ਕਿੰਨਾ ਹੈ ਆਫਰ ਲੈਟਰ ਦਾ। ਠੀਕ ਹੈ, ਫਿਰ ਕਿਉਂਕਿ ਯੂਨੀਵਰਸਿਟੀਜ਼ ਦਾ ਆਪਣਾ ਇੱਕ ਪ੍ਰੋਸੈਸਿੰਗ ਹੁੰਦਾ ਹੈ ਕਿ ਐਪਲੀਕੇਸ਼ਨ ਜਾਂ ਆਫਰ ਲੈਟਰ ਰਿਲੀਜ਼ ਕਰਨ ਤੋਂ ਬਾਅਦ ਉਹ ਪੂਰਾ GT ਦਾ ਪ੍ਰੋਸੈਸ ਕਰਦੇ ਆ। ਅਗੇਨ ਉੱਥੇ ਸਾਡਾ ਇੱਕ ਰੋਲ ਹੁੰਦਾ ਹੈ ਕਿ ਆਪਾਂ ਸਟੂਡੈਂਟ ਨੂੰ ਪਹਿਲੀ ਹੀ ਵਾਰੀ ਸਾਰੇ ਡਾਕੂਮੈਂਟਸ ਪ੍ਰੋਪਰਲੀ ਦੱਸੀਏ ਕਿ ਜਿਹਦੇ 'ਚ ਉਹਦਾ GT ਦੇ ਵਿੱਚ ਘੱਟ ਤੋਂ ਘੱਟ ਟਾਈਮ ਜਾਏ। ਸੋ ਅਗੇਨ ਐਜ਼ ਆਈ ਸੈਡ ਕਿ ਅਗਰ ਬਿਕੋਜ਼ ਕੀ ਹੁੰਦਾ ਹੈ ਕਿ GT ਦੀ ਰਿਕੁਆਇਰਮੈਂਟ ਹਰ ਯੂਨੀਵਰਸਿਟੀ ਦੀ ਅਲੱਗ-ਅਲੱਗ ਹੁੰਦੀ ਹੈ। ਸੋ ਐਜ਼ ਅ ਕੰਸਲਟੈਂਟ ਇਹ ਸਾਡੀ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਉਸ ਤਰ੍ਹਾਂ ਦੀ ਯੂਨੀਵਰਸਿਟੀ ਸਟੂਡੈਂਟ ਨੂੰ ਗਾਈਡ ਕਰੀਏ ਜਿੱਥੇ ਉਹਦੇ ਸਭ ਤੋਂ ਜ਼ਿਆਦਾ ਚਾਂਸਿਸ ਨੇ। ਠੀਕ ਹੈ, ਸੋ ਵੀ ਗੋ ਅਹੈਡ ਵਿਦ ਵਨ ਯੂਨੀਵਰਸਿਟੀ ਵਿਦ ਕੰਪਲੀਟ ਡਾਕੂਮੈਂਟੇਸ਼ਨ ਸੋ ਦੈਟ ਅ ਸਟੂਡੈਂਟ ਗੈਟਸ ਰਿਜ਼ਲਟ ਵੈਲ ਇਨ ਟਾਈਮ ਤੇ ਉਹਨੂੰ ਵੀਜ਼ਾ ਅਪਲਾਈ ਕਰਨ 'ਚ ਜ਼ਿਆਦਾ ਟਾਈਮ ਨਾ ਲੱਗੇ। ਜੀ ਜੀ ਜੀ, ਬਿਲਕੁਲ। ਸੋ ਉਹੀ ਗੱਲ ਆਉਂਦੀ ਕਿ ਇੱਕ ਚੰਗਾ ਕੰਸਲਟੈਂਟ ਹੀ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਤੁਹਾਨੂੰ ਆਪਸ਼ਨਸ ਦੇਗਾ ਤਾਂ ਕਿ ਕਿਤੇ ਵੀ ਕਿਸੇ ਰੁਕਾਵਟ ਦੀ ਗੱਲ ਨਾ ਬਣੇ। ਸੋ ਇਸ ਲਈ ਇੱਕ ਚੰਗੇ ਕੰਸਲਟੈਂਟ ਦੀ ਚੋਣ ਜ਼ਰੂਰ ਕਰਿਆ ਕਰੋ, ਪਿਛਲਾ ਉਹਨਾਂ ਦਾ ਜ਼ਰੂਰ ਦੇਖਿਆ ਕਰੋ ਕਿ ਕਿੰਨੇ ਟਾਈਮ ਤੋਂ ਇਹ ਕੰਪਨੀ ਕੰਮ ਕਰ ਰਹੀ ਹੈ, ਕਿੰਨੇ ਸਟੂਡੈਂਟਸ ਦਾ ਵੀਜ਼ਾ ਲੱਗ ਚੁੱਕਿਆ ਹੈ ਜਾਂ ਕੀ ਉਹਨਾਂ ਦੀ ਖਾਸ ਮਾਹਿਰ ਕਿਸ ਚੀਜ਼ ਦੇ ਵਿੱਚ ਨੇ। ਸੋ ਇਹ ਚੀਜ਼ਾਂ ਦੇਖਣ ਤੋਂ ਬਾਅਦ ਹੀ ਆਪਣੇ ਸਟੱਡੀ ਵੀਜ਼ਾ ਲਗਾਉਣ ਦੇ ਲਈ ਜਦੋਂ ਤੁਸੀਂ ਫਾਈਲ ਲਗਾਉਣ ਜਾ ਰਹੇ ਹੋ ਤਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅੱਗੇ ਵਧਿਆ ਕਰੋ। ਬਾਕੀ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ ਪੰਜਾਬ ਦੇ ਵਿੱਚ, ਜਲੰਧਰ ਅਤੇ ਲੁਧਿਆਣਾ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦੇ ਆਫਿਸ ਨੇ, ਬ੍ਰਾਂਚਿਸ ਨੇ। ਤੁਹਾਨੂੰ ਜਿੱਥੇ ਨੇੜੇ ਲੱਗੇ ਡਾਕੂਮੈਂਟਸ ਲੈ ਕੇ ਪਹੁੰਚੋ ਤਾਂ ਕਿ ਟਾਈਮਲੀ ਸਹੀ ਅਸੈਸਮੈਂਟ ਦੇ ਨਾਲ ਸਹੀ ਆਪਸ਼ਨ ਦੇ ਉੱਪਰ ਤੁਸੀਂ ਆਪਣਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈ ਸਕੋ। ਜੀ ਅੱਗੇ ਗੱਲ ਕਰੀਏ ਤਾਂ ਜੋ ਸਵਾਲ ਮੈਂ ਕਰਨ ਜਾ ਰਹੀ ਹਾਂ ਸਿਰਫ ਸਟੂਡੈਂਟਸ ਨਹੀਂ ਬਲਕਿ ਪੇਰੈਂਟਸ ਲਈ ਵੀ ਬਹੁਤ ਖਾਸ ਹੁੰਦਾ ਹੈ ਕਿ ਬੱਚੇ ਸਟੂਡੈਂਟਸ ਅਗਰ ਅਪਲਾਈ ਕਰਦੇ ਨੇ ਆਸਟ੍ਰੇਲੀਆ ਦੇ ਲਈ, ਚਾਹੇ +2 ਸਟੂਡੈਂਟਸ ਦੀ ਗੱਲ ਕਰ ਲਈਏ, ਚਾਹੇ ਗ੍ਰੈਜੂਏਟ ਸਟੂਡੈਂਟਸ ਦੀ ਗੱਲ ਕਰ ਲਈਏ, ਫੀਸ ਨੂੰ ਲੈ ਕੇ, ਫੰਡਸ ਨੂੰ ਲੈ ਕੇ, ਕਿੰਨੀ ਫੀਸ ਔਰ ਕਿੰਨੇ ਫੰਡਸ ਲਈ ਉਹਨਾਂ ਨੂੰ ਪ੍ਰੀਪੇਅਰ ਰਹਿਣਾ ਚਾਹੀਦਾ?
ਦੇਖੋ ਜਨਰਲੀ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੀ ਜਿਹੜੀ ਫੀਸ ਰੇਂਜ ਹੈਗੀ ਹੈ ਉਹ $20,000 ਤੋਂ ਲੈ ਕੇ $45,000 ਇੱਕ ਸਾਲ ਦੀ ਫੀਸ ਹੁੰਦੀ ਹੈ, ਡਿਪੈਂਡ ਕਰਦਾ ਤੁਸੀਂ ਕਿਹੜੀ ਯੂਨੀਵਰਸਿਟੀ ਚੂਜ਼ ਕਰਦੇ ਹੋ। ਤਾਂ ਆਪਾਂ ਅਗਰ ਅਸੀਂ ਮਿਨੀਮਮ ਰੇਂਜ ਤੋਂ ਲੈ ਕੇ ਚੱਲੀਏ ਕਿ ਸਟੂਡੈਂਟ ਨੂੰ ਵੀਜ਼ਾ ਲਗਾਉਣ ਤੋਂ ਪਹਿਲਾਂ ਮਿਨੀਮਮ 7-8 ਲੱਖ ਰੁਪਏ ਪੇ ਕਰਨੇ ਪੈਂਦੇ ਆ, ਜਿਹੜੀ ਉਹਦੀ ਇੱਕ ਸਮੈਸਟਰ ਦੀ ਫੀਸ ਹੁੰਦੀ ਹੈ ਤੇ ਪੂਰੀ ਡਿਊਰੇਸ਼ਨ ਦਾ ਹੈਲਥ ਇੰਸ਼ੋਰੈਂਸ ਹੁੰਦਾ ਹੈ। ਓਕੇ, ਉਹ ਪੇ ਕਰਨ ਤੋਂ ਬਾਅਦ ਸਟੂਡੈਂਟ ਨੂੰ ਫੰਡਸ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਫੰਡਸ ਸ਼ੋ ਕਰਨ ਦੀ, ਉਹ 20 ਤੋਂ 25 ਲੱਖ ਰੁਪਏ ਹੋ ਸਕਦੀ ਹੈ। ਅਗੇਨ ਉਹ ਡਿਪੈਂਡ ਕਰਦਾ ਹੈ ਕਿ ਯੂਨੀਵਰਸਿਟੀ ਦੀ ਫੀਸ ਕਿੰਨੀ ਹੈ। ਸੋ ਉਹਦੇ ਵਿੱਚ ਕੀ ਡਾਕੂਮੈਂਟਸ ਚਾਹੀਦੇ ਹੈ, ਕਿਹੜੇ ਇਨਕਮ ਡਾਕੂਮੈਂਟਸ ਚਾਹੀਦੇ ਹੈ, ਕੌਣ ਸਪਾਂਸਰ ਹੋ ਸਕਦਾ ਹੈ, ਉਹ ਅਸੀਂ ਸਾਰਾ ਪੂਰੀ ਤਰ੍ਹਾਂ ਗਾਈਡ ਕਰੀਦਾ ਸਟੂਡੈਂਟ ਨੂੰ ਜੀ। ਤੇ ਇਹ ਵੀ ਗਾਈਡ ਕਰੀਦਾ ਹੈ ਕਿ ਸਟੂਡੈਂਟ ਦੇ ਕੋਲ ਲੋਨ ਦੇ ਆਪਸ਼ਨਸ ਹੈਗੇ ਆ, ਜਿਵੇਂ ਸਟੂਡੈਂਟ ਐਜੂਕੇਸ਼ਨ ਲੋਨ ਲੈ ਸਕਦਾ ਹੈ, ਲੋਨ ਅਗੇਂਸਟ ਪ੍ਰਾਪਰਟੀ ਲੈ ਸਕਦਾ ਹੈ, ਪੈਰੈਂਟਸ ਆਪਣੀ ਸੇਵਿੰਗ ਅਕਾਊਂਟ ਦਿਖਾ ਸਕਦੇ ਆ, ਫੰਡ FDs ਦਿਖਾ ਸਕਦੇ ਆ, ਆਪਾਂ ਰਿਲੇਟਿਵਸ ਤੋਂ ਸਪਾਂਸਰਸ਼ਿਪ ਲੈ ਸਕਦੇ ਆ। ਸੋ ਬੜੇ ਸਾਰੇ ਆਪਸ਼ਨਸ ਹੈਗੇ ਆ। ਠੀਕ ਹੈ। ਪਲੱਸ ਇਸ ਟਾਈਮ ਆਸਟ੍ਰੇਲੀਅਨ ਯੂਨੀਵਰਸਿਟੀਜ਼ ਸਕਾਲਰਸ਼ਿਪਸ ਦੇ ਵਿੱਚ ਬਹੁਤ ਲਿਬਰਲ ਨੇ। ਓਕੇ, ਮਤਲਬ 15% ਤੋਂ ਲੈ ਕਿ 50% ਤੱਕ ਦੀ ਵੀ ਸਕਾਲਰਸ਼ਿਪਸ ਯੂਨੀਵਰਸਿਟੀਜ਼ ਆਫਰ ਕਰ ਰਹੀਆਂ ਨੇ। ਸੋ ਇਸ ਤੋਂ ਵਧੀਆ ਕੀ ਹੋ ਸਕਦਾ ਹੈ? ਮਤਲਬ ਪ੍ਰੋਫਾਈਲ ਦੇ ਅਕੋਰਡਿੰਗਲੀ ਇਹ ਸਕਾਲਰਸ਼ਿਪ ਪਰਸੈਂਟੇਜ ਦੇ ਬੇਸਿਸ ਤੇ। ਜੀ 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 ਬਿਲਕੁਲ, ਕਿਉਂਕਿ ਅਕਸਰ ਅਸੀਂ ਜਿਵੇਂ ਗੱਲ ਕਰਦੇ ਹਾਂ ਕਿ ਸਟੂਡੈਂਟਸ ਦੇ ਕਈਆਂ ਦੀ ਪ੍ਰੋਫਾਈਲ ਬਹੁਤ ਅੱਛੀ ਹੁੰਦੀ ਹੈ, ਬਹੁਤ ਅੱਛੀ ਪਰਸੈਂਟੇਜ ਹੁੰਦੀ ਹੈ, ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਸਕਾਲਰਸ਼ਿਪ ਦੇ ਲਈ ਐਲੀਜੀਬਲ ਨੇ। ਸੋ ਅਗਰ ਤੁਸੀਂ ਵੀ ਇਹ ਜਾਣਨਾ ਚਾਹੁੰਦੇ ਹੋ ਤੁਹਾਡੀ ਪ੍ਰੋਫਾਈਲ ਬਹੁਤ ਵਧੀਆ ਹੈ ਤਾਂ ਤੁਸੀਂ ਜ਼ਰੂਰ ਅਸੈਸਮੈਂਟ ਕਰਵਾਓ ਔਰ ਸਹੀ ਟਾਈਮ ਤੇ ਸਕਾਲਰਸ਼ਿਪ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਜਦੋਂ ਤੁਸੀਂ ਗੱਲ ਕੀਤੀ ਹੈ ਫਾਈਨੈਂਸ਼ੀਅਲ ਡਾਕੂਮੈਂਟਸ ਦੀ, ਤਾਂ ਮੈਂ ਜ਼ਰੂਰ ਜਾਣਨਾ ਚਾਹੂੰਗੀ, ਕਿਉਂਕਿ ਤੁਸੀਂ ਇਹ ਤਾਂ ਦੱਸ ਦਿੱਤਾ ਕਿ ਕਿਹੜਾ ਜੈਨੂਇਨ ਸੋਰਸ ਹੈ ਜੋ ਦਿਖਾਣੇ ਹੁੰਦੇ ਆ ਫੰਡਸ ਦੇ ਲਈ, ਤਾਂ ਡਾਕੂਮੈਂਟਸ ਵੀ ਉਸ ਦੇ ਨਾਲ ਕਿਹੜੇ ਲਗਾਉਣੇ ਪੈਂਦੇ ਨੇ ਜਦੋਂ ਫੰਡਸ ਸ਼ੋ ਕਰਨੇ ਹੁੰਦੇ ਆ? ਦੇਖੋ, ਅਗਰ ਬੇਸਿਕ ਥੰਬ ਰੂਲ ਇਜ਼ ਕਿ ਜੋ ਵੀ ਸਟੂਡੈਂਟ ਨੂੰ ਸਪਾਂਸਰ ਕਰ ਰਿਹਾ, ਬੇਸਿਕਲੀ ਸਪਾਂਸਰ ਹੈਗੇ ਆ ਉਹਦੇ ਸਟੂਡੈਂਟ ਦੇ ਪੈਰੈਂਟਸ, ਉਹਦੇ ਸਟੂਡੈਂਟ ਦੇ ਗ੍ਰੈਂਡ ਪੈਰੈਂਟਸ, ਉਹ ਦਾਦਾ ਦਾਦੀ ਨਾਨਾ ਨਾਨੀ ਦੋਨੋਂ ਹੋ ਸਕਦੇ ਆ। ਠੀਕ ਹੈ। ਜਾਂ ਫਿਰ ਉਹਦੇ ਰੀਅਲ ਮੈਟਰਨਲ ਐਂਡ ਪੈਟਰਨਲ ਅੰਕਲ ਆਂਟ, ਮਤਲਬ ਮਾਮਾ ਚਾਚਾ ਬੂਆ ਮਾਸੀ, ਇਹ ਸਾਰੇ ਲੋਕ ਸਪਾਂਸਰ ਕਰ ਸਕਦੇ ਆ। ਸਪਾਂਸਰ ਕਿਵੇਂ ਕਰ ਸਕਦੇ ਆ? ਸੇਵਿੰਗ ਅਕਾਊਂਟ 'ਚ ਫੰਡਸ ਹੋ ਸਕਦੇ ਆ, FDs ਹੋ ਸਕਦੀਆਂ, ਐਜੂਕੇਸ਼ਨ ਲੋਨ ਹੋ ਸਕਦਾ ਹੈ, ਲੋਨ ਅਗੇਂਸਟ ਪ੍ਰਾਪਰਟੀ ਹੋ ਸਕਦਾ ਹੈ, ਗਵਰਨਮੈਂਟ EMPLOYE ਆਪਣਾ GPF ਵਿਦਡਰਾ ਕਰਕੇ ਫੰਡਸ ਦਿਖਾ ਸਕਦੇ ਆ। ਸੋ ਇਹ ਸਾਰੇ ਸੋਰਸਿਸ ਨੂੰ ਮਿਲਾ ਕੇ ਅਸੀਂ ਫੰਡਸ ਸ਼ੋ ਕਰਨੇ ਹੁੰਦੇ ਆ। ਠੀਕ ਹੈ। ਸੋ ਇਟ ਬਿਕਮਸ ਈਜ਼ੀਅਰ, ਮਤਲਬ ਇੰਨਾ ਔਖਾ ਨਹੀਂ ਹੈ ਜਿੰਨਾ ਔਖਾ ਏਜੰਟਸ ਰਿਪਰੈਜ਼ੈਂਟ ਕਰਦੇ ਆ ਤੇ ਪੈਕੇजेस ਸੈਲ ਕਰਦੇ ਆ। ਮੈਂ ਦੇਖਦੀ ਆ ਬਹੁਤ ਵਾਰੀ ਸਟੂਡੈਂਟਸ ਦੇ ਕੋਲ ਜਾਂ ਪੈਰੈਂਟਸ ਦੇ ਕੋਲ ਆਪਣਾ ਪੈਸਾ ਹੁੰਦਾ ਹੈ, ਬਟ ਇਹ ਜਿਹੜੇ ਫੇਕ ਏਜੰਟਸ ਹੈਗੇ ਆ ਇਹ ਆਪਣੇ ਪੈਸੇ ਬਣਾਉਣ ਲਈ ਸਟੂਡੈਂਟਸ ਨੂੰ ਮਿਸਗਾਈਡ ਕਰਦੇ ਆ, ਆਪਣਾ ਪੈਕੇਜ ਸੈਲ ਕਰਦੇ ਆ ਤੇ ਬਹੁਤ ਵਾਰੀ ਇਸੇ ਚੀਜ਼ ਕਰਕੇ ਸਟੂਡੈਂਟਸ ਦਾ ਵੀਜ਼ਾ ਰਿਜੈਕਟ ਹੋ ਜਾਂਦਾ। ਐਂਡ ਇਨ ਫੈਕਟ ਕਈ ਵਾਰੀ ਤਾਂ ਇੰਨਾ ਬੁਰਾ ਹੁੰਦਾ ਹੈ ਵਿਚਾਰੇ ਸਟੂਡੈਂਟਸ ਦੇ ਨਾਲ ਕਿ ਉਹਨਾਂ ਤੇ ਬੈਨ ਵੀ ਲੱਗ ਜਾਂਦਾ ਹੈ ਫਰਾਡੂਲੈਂਟ ਡਾਕੂਮੈਂਟਸ ਦਾ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਦੇਖੋ ਇੰਟਰਨੈਟ ਨਾਲ ਲਾਈਫ ਬਹੁਤ ਈਜ਼ੀ ਹੋ ਚੁੱਕੀ ਹੈ। ਤੁਸੀਂ ਵੈਬਸਾਈਟਸ ਤੇ ਜਾਓ, ਕੰਸਲਟੈਂਟਸ ਦੀ ਵੈਬਸਾਈਟ ਚੈੱਕ ਕਰੋ ਐਂਡ ਦੇਖੋ ਕਿ ਕੌਣ ਤੁਹਾਨੂੰ ਰਾਈਟ ਗਾਈਡੈਂਸ ਦੇ ਰਿਹਾ ਹੈ ਐਂਡ ਦੈਨ ਮੇਕ ਐਨ ਇਨਫੋਰਮਡ ਡਿਸੀਜਨ। ਜੀ 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 ਬਿਲਕੁਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਚੀਜ਼ ਤਾਂ ਸਮਝ ਹੀ ਗਏ ਹੋ, ਕਿਉਂਕਿ ਫੇਕ ਡਾਕੂਮੈਂਟਸ ਲਗਾਏ ਤੇ ਕਦੀ ਵੀ ਤੁਹਾਡਾ ਜੋ ਹੈ ਸਟੱਡੀ ਵੀਜ਼ਾ ਨਹੀਂ ਲੱਗ ਸਕਦਾ। ਰਿਫਿਊਜ਼ਲ ਲਗਾ ਕੇ ਆਪਣੀ ਪ੍ਰੋਫਾਈਲ ਖਰਾਬ ਨਾ ਕਰੋ, ਜੈਨੂਇਨ ਵੇ ਦੇ ਨਾਲ ਚੱਲੋ, ਜੈਨੂਇਨ ਕੰਸਲਟੈਂਟ ਦੀ ਭਾਲ ਕਰੋ। ਇਸ ਲਈ ਅਸੀਂ ਚੰਗੇ ਅੱਛੇ ਕੰਸਲਟੈਂਟਸ ਨੂੰ ਆਪਣੇ ਸ਼ੋਅ ਵਿੱਚ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਤੱਕ ਸਹੀ ਗਾਈਡੈਂਸ ਪਹੁੰਚੇ। ਤਾਂ ਇੱਥੇ ਜ਼ਰੂਰ ਜਾਣਨਾ ਚਾਹਾਂਗੇ ਕਿ ਸਟੂਡੈਂਟਸ ਜਿਹੜੇ ਵੀ ਆਪਣੀ ਫਾਈਲ ਪ੍ਰੋਸੈਸ ਕਰਨਾ ਚਾਹੁੰਦੇ ਨੇ AECC ਦੇ ਥਰੂ ਹੀ ਅਪਲਾਈ ਕਿਉਂ ਕਰਨ, ਕੀ ਖਾਸ ਉਹ ਸਮਝਣ ਤਾਂ ਕਿ ਉਹ AECC ਗਲੋਬਲ ਕੋਲ ਆਉਣ? I think best part is reputation, genuine guidance and services, absolutely transparent services, no fees, and I think ਇਸ ਤੋਂ ਜ਼ਿਆਦਾ ਹੋਰ ਕੁਝ ਚਾਹੀਦਾ ਹੀ ਨਹੀਂ ਹੈ ਸਟੂਡੈਂਟ ਨੂੰ। ਜੀ ਜੀ ਬਿਲਕੁਲ ਸਭ ਕੁਝ ਐਂਡ ਡਾਇਰੈਕਟ ਯੂਨੀਵਰਸਿਟੀ ਟਾਈ ਅਪਸ, ਐਕਸਪਰਟ ਕਾਉਂਸਲਰਸ, ਸੋ ਲਿਸਟ ਇਜ਼ ਐਂਡਲੈਸ। ਬਿਲਕੁਲ, ਸੋ ਇਹੀ ਉਹ ਚੀਜ਼ਾਂ ਨੇ ਜੋ ਸਟੱਡੀ ਵੀਜ਼ਾ ਲੈ ਕੇ ਆਉਣ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਸਮਾਂ ਸਾਡੇ ਕੋਲ ਜ਼ਿਆਦਾ ਹੋ ਨਹੀਂ ਬਚਿਆ। ਇੱਕ ਛੋਟਾ ਜਿਹਾ ਮੈਸੇਜ, ਕਿਉਂਕਿ ਆਸਟ੍ਰੇਲੀਆ ਬਾਰੇ ਭਾਵੇਂ ਆਪਾਂ ਗੱਲ ਕੀਤੀ ਹੈ, UK ਬਾਰੇ ਥੋੜਾ ਜਿਹਾ ਜਾਣਨਾ ਚਾਹੂੰਗੀ। ਅਸੀਂ ਹੁਣ ਬਹੁਤ ਜਲਦੀ ਅਸੀਂ UK ਵੀ ਕਰਦੇ ਹਾਂ। ਇਨਫੈਕਟ ਅਸੀਂ UK ਤੋਂ ਇਲਾਵਾ US, ਨਿਊਜ਼ੀਲੈਂਡ, ਆਇਰਲੈਂਡ, ਇਹਨਾਂ ਸਭ ਕੰਟਰੀਜ਼ 'ਚ ਵੀ ਡੀਲ ਕਰਦੇ ਹਾਂ ਤੇ ਬਹੁਤ ਜਲਦੀ ਅਸੀਂ UK ਦਾ ਇਵੈਂਟ ਵੀ ਲੈ ਕੇ ਆ ਰਹੇ ਹਾਂ 8 ਮਈ ਨੂੰ। ਤੇ ਤੁਹਾਡੇ ਕੋਲ ਜ਼ਰੂਰ ਆਵਾਂਗੇ ਆਪਣਾ ਅਗਲਾ ਸ਼ੋਅ UK ਦੇ ਲਈ ਲੈ ਕੇ। ਜੀ ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਸਮਾਂ ਸਾਡੇ ਕੋਲ ਹੋਰ ਨਹੀਂ ਬਚਿਆ ਪਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਲਈ ਬਹੁਤ ਬਚੀ ਹੋਈ ਹੈ। ਸੋ ਸਾਡੇ ਜਿਹੜੇ ਕਮਿੰਗ ਐਪੀਸੋਡਸ ਹੋਣਗੇ ਉਸ ਦੇ ਵਿੱਚ ਆਪਾਂ ਤੁਹਾਨੂੰ ਹੋਰ ਡਿਟੇਲ ਦੇ ਨਾਲ ਜ਼ਰੂਰ ਸਾਰੀ ਜਾਣਕਾਰੀ ਪਹੁੰਚਾਵਾਂਗੇ। ਥੈਂਕ ਯੂ ਸੋ ਮਚ ਮੈਮ, ਤੁਸੀਂ ਸਾਡੇ ਸ਼ੋਅ ਦਾ ਹਿੱਸਾ ਬਣੇ, ਸਾਡੇ ਦਰਸ਼ਕਾਂ ਨੂੰ, ਸਟੂਡੈਂਟਸ ਨੂੰ ਇਹ ਖਾਸ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।